सतनाम श्री वाहिगुरु साहिब जीओ। श्री नानक पद पंकज बंदन पद पंकज वंदना सिमरो अंगद दुख निकंदन अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक गुर हर गोबिंद सब समत प्रकाशक श्री हर राय मोंकार जोरी नमोकार जोरी। गुर हर कृष्ण मनाए भोरे। तेग बहादुर परम कृपाला परम कृपाला। श्री गुरु गोबिंद सिंह विसाला। तरां तरा पर पुन पुन सीसा पुन पुन सीसा। बंदा बार बार जगदीसा। तरां तरा पर पुन पुन सीसा पुन पुन सीसा। बंदा बार बार जगदीशा। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर पूर्ण देखियो आत्मा द्वैत है सर्ब निवार। भय शांत मन संत जो तिन पदन मोह। सतगुर मम बेरी कटहो निज बेरी परचार। इस बेरी हुआ भव सुफल
ਬਿਨ ਬੇਰੀ ਕਰ ਪਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਬੇਦੀ ਵੰਸ ਵਸੇ ਧਨ ਤਾਰੇ। ਜੁਦ ਵੇਦ ਕਾਜ ਨੇ ਸੁਧਾਰੇ। ਕੰਡ ਕਾਲ ਕਾ ਪਾਵਕ ਕੁੰਡਾ। ਜਗ ਧਮ ਸੋ ਸੋਵਤ ਝੰਡਾ। ਬੇਦੀ ਵੰਸ ਬਸੇ ਤਨ ਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਦੀਨ ਦੁਨੀ ਕੇ ਮਾਲਕ। ਦਸਾਂ ਹੀ ਪਾਤਸ਼ਾਹੀਆਂ ਜੀ ਦੀ ਪ੍ਰਤੱਖ ਜੋਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੋਦ ਅੰਦਰ ਅਤੇ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੇ ਅਸਥਾਨਾਂ ਤੇ ਜੁੜੇ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ। ਭਾਈ ਆਪਾਂ ਸਾਰੇ ਹੀ ਵਡਭਾਗੇ ਹਾਂ ਜਿਨ੍ਹਾਂ ਨੂੰ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਸੋਹਣਾ ਸੁਭਾਗਾ ਸਮਾਂ ਅਵਸਰ ਪ੍ਰਾਪਤ ਹੋ ਰਿਹਾ ਹੈ ਜੀ। ਸੋ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਨੇ ਪਿਛਲੇ ਦੀਵਾਨਾਂ ਦੇ ਅੰਦਰ ਕਥਾ ਸਰਵਣ ਕੀਤੀ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਦਾ ਕਾਰਨ ਕੀ ਹੈ, ਸਬੱਬ ਕੀ ਹੈ। ਜਦੋਂ ਧਰਤੀ ਉੱਪਰ ਬਹੁਤ ਜ਼ਿਆਦਾ ਪਾਪਾਂ ਦਾ ਬੋਝ ਹੋਇਆ, ਧਰਤੀ ਤੋਂ ਉਹ ਬੋਝ ਨਾ ਝੱਲਿਆ ਗਿਆ ਤਾਂ ਪਰਮੇਸ਼ਰ ਦੇ ਅੱਗੇ ਫਰਿਆਦ ਕੀਤੀ, ਬੇਨਤੀ ਕੀਤੀ। ਸਾਰ ਸੰਗਤ ਜੀਓ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਵਾਹਿਗੁਰੂ ਪਰਮੇਸ਼ਰ ਜੀ ਨੇ ਹੌਸਲਾ ਦੇਣਾ ਕੀਤਾ ਧਰਤੀ ਦੇ, ਤਾਂ ਹੀ ਆਕਾਸ਼ ਬਾਣੀ ਰਾਹੀਂ ਬਚਨ ਕੀਤਾ ਕਿ ਹੁਣ ਅਸੀਂ ਆਪ ਸੰਸਾਰ ਦਾ ਭਲਾ ਕਰਨ ਦੇ ਵਾਸਤੇ, ਆਪਣਾ ਨਾਮ ਜਪਾਉਣ ਦੇ ਵਾਸਤੇ, ਕੀਰਤਨ ਬੰਦਗੀ ਹੈ ਜਿਹੜੀ ਇਹ ਫੈਲਾਉਣ ਦੇ ਵਾਸਤੇ ਆਵਾਂਗੇ। ਸੋ ਸਾਰ ਸੰਗਤ ਜੀਓ, ਧਰਤੀ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਕੀਰਤਨ ਕਰਨ ਦੇ ਨਾਲ ਤੇ ਨਾਮ ਜਪਣ ਦੇ ਨਾਲ ਮੇਰੇ ਤੋਂ ਪਾਪਾਂ ਦਾ ਬੋਝ ਹਲਕਾ ਹੋਵੇਗਾ। ਪਰਮੇਸ਼ਰ ਜੀ ਦਾ ਸ਼ੁਕਰਾਨਾ ਕਰਕੇ ਗੁਪਤ ਹੋਈ। ਬਾਅਦ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜੋ ਸਾਰ ਸੰਗਤ ਜੀ ਨਗਰ ਹੈ, ਜਿਸ ਨੂੰ ਆਪਾਂ ਬੜੇ ਪਿਆਰ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਦੇ ਹਾਂ, ਜਿਹਦਾ ਪਹਿਲਾ ਨਾਮ ਰਾਏ ਭੋਏ ਦੀ ਤਲਵੰਡੀ ਸੀ। ਸੋ ਸਾਰ ਸੰਗਤ ਜੀਓ, ਸੰਗਤਾਂ ਪਿਆਰ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਜੀ ਕਹਿਣ ਲੱਗੀਆਂ ਜਾਂ ਨਾਨਕਿਆਣਾ, ਜਿਸ ਥਾਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਉਣਾ ਕੀਤਾ ਸੀ। ਸੋ ਪਿਆਰਿਓ, ਆਪ ਜੀ ਨੇ ਉੱਥੇ ਦਾ ਜਸ ਸਰਵਣ ਕੀਤਾ ਕਿ ਉੱਥੋਂ ਦੇ ਜਿਹੜੇ ਲੋਕ ਨੇ, ਰਹਿਣ ਵਾਲੇ ਜਮਾਂ ਦੇਵਤਿਆਂ ਵਰਗੇ ਨੇ। ਮਨ ਵਿੱਚ ਕੋਈ ਵਲ ਛਲ ਹੈ ਨਹੀਂ, ਧੋਖਾ ਫਰੇਬ ਨਹੀਂ, ਵਿਦਵਾਨ ਨੇ, ਪੜ੍ਹੇ ਲਿਖੇ ਨੇ। ਅਤੇ ਉੱਥੋਂ ਦੇ ਆਲੇ ਦੁਆਲੇ ਜਿਹੜੀ ਵਸੋਂ ਹੈ ਬਹੁਤ ਜਿਹੜਾ ਸਦੋ ਗੁਣੀ ਹੈ,
ਸੀਲ ਨਰਮ ਸੁਭਾਅ ਵਾਲੀ ਹੈ। ਸੋ ਸਾਰ ਸੰਗਤ ਜੀਓ, ਜਿਹਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਕਥਾ ਸਰਵਣ ਕੀਤੀ ਸੀ, ਸੁਭਾਵ ਹੁਣ ਆਪੋ ਆਪਣੀ ਸੁਰਤੀ ਬਿਰਤੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜੀਏ ਤੇ ਪਿਆਰ ਦੇ ਨਾਲ ਅੱਗੇ ਸਰਵਣ ਕਰਕੇ ਆਪਣੇ ਮਨੁੱਖਾ ਜਨਮ ਦਾ ਲਾਹਾ ਲਈਏ ਜੀ। ਵੰਸ ਵਸੇ ਧਨ ਧਾਰੇ। ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਭਾਈ ਇਹ ਜਿਹੜਾ ਸਥਾਨ ਹੈ ਨਾ ਰਾਏ ਭੋਏ ਦੀ ਤਲਵੰਡੀ, ਇਸ ਨਗਰ ਦੇ ਵਿੱਚ ਵੇਦੀਆਂ ਦੀ ਅੰਸ ਮਸ ਵਸਦੀ ਹੈ, ਜਿਹੜੀ ਕਿ ਧਾਰਖ ਧਾਰੀ ਸੀ, ਸ਼ਸਤਰ ਧਾਰੀ ਸੀ। ਜੋਤ ਵੇਦ ਕਾਜ ਨੇ ਸੁਧਾਰੇ। ਤੇ ਜਿਨ੍ਹਾਂ ਨੇ ਸਾਰ ਸੰਤ ਦੀ ਉਹ ਕਹਿ ਲਓ ਕਵੀ ਜੀ ਨਾ ਹੁਣ ਵੇਦੀਆਂ ਦੀ ਜਿਹੜੀ ਅੰਸ ਬੰਸ ਹੈ ਸੂਰਬੀਰਾਂ ਦੀ ਹੋਈ। ਸੋ ਸਾਰ ਸੰਤ ਦੀ ਇਹਦੇ ਤਾਈ ਯੁੱਧ ਦਾ ਜਿਹੜਾ ਅਲੰਕਾਰ, ਵਾਹਿਗੁਰੂ ਜੱਗ ਦਾ ਜਿਹੜਾ ਅਲੰਕਾਰ ਹੈ ਉਹਦੇ ਨਾਲ ਸ਼ਿੰਗਾਰਦੇ ਪਏ ਨੇ। ਕਵੀ ਜੀ ਕਹਿੰਦੇ ਕਿ ਭਾਈ ਵੇਦੀਆਂ ਦੀ ਅੰਸ ਵਸ ਧਨਕ ਧਾਰੀ ਹੈ। ਤੇ ਜਿਵੇਂ ਯੱਗ ਕਰਨ ਤੋਂ ਪਹਿਲਾਂ ਤਾਂ ਵੇਦਕਾ ਸੁਧਾਰੀ ਜਾਂਦੀ ਹੈ। ਵੇਦਕਾ ਕਿਹੜੇ ਥਾਂ ਨੂੰ ਕਿਹਾ ਜਾਂਦਾ? ਜਿਸ ਥਾਂ ਦੇ ਉੱਪਰ ਸਾਰ ਸੰਤਰੀ ਯੱਗ ਕਰਨ ਵਾਲਾ ਸਾਜੋ ਸਮਾਨ ਰੱਖਿਆ ਜਾਂਦਾ ਹੈ। ਤੋ ਹੋਇਆ ਕੀ? ਕਹਿੰਦੇ ਵੀ ਯੁੱਧ ਵੇਦਕਾ ਜਿਨੇ ਸੁਧਾਰੇ, ਜਿਨ੍ਹਾਂ ਨੇ ਧਰਮ ਦਾ ਜਿਹੜਾ ਯੁੱਧ ਕਰਨਾ ਨਾ, ਜੰਗ ਕਰਨਾ, ਇਹੋ ਕਹਿ ਲਓ ਵੀ ਵੇਦਕਾ ਸਵਾਰਨਾ ਕੀਤੀ ਹੈ, ਉਹ ਸਥਾਨ ਬਣਾਇਆ ਹੈ। ਕਾਲ ਕਾ ਪਾਵਕ ਕੁੰਡਾ। ਸਾਰ ਸੰਤ ਜੀ ਜਦੋਂ ਯੱਗ ਕਰੀਦਾ ਹੈ ਤੇ ਉੱਥੇ ਹਵਨ ਕੁੰਡ ਵੀ ਹੁੰਦਾ ਹੈ। ਤਾਂ ਐਵੇਂ ਹੀ ਜਿਹੜੀ ਕਾਲਕਾ ਦੇਵੀ ਮੰਨੀ ਜਾਂਦੀ ਹੈ, ਉਹਦਾ ਮੂੰਹ ਹੈ ਨਾ ਜਿਹੜਾ, ਇਹੋ ਕਹਿ ਲਓ ਸਾਰ ਸੰਤ ਦੀ ਅੱਗ ਦਾ ਹਵਨ ਕੁੰਡ ਹੈ। ਸੋ ਜਿਹੜੀ ਸਾਰ ਸੰਤ ਦੀ ਚੰਡੀ ਹੈ, ਜੰਗ ਦੇ ਜਿਹੜੀ ਤੇਜ ਬਖਸ਼ਣ ਵਾਲੀ ਹੈ, ਸੋ ਇਹੋ ਕਹਿ ਲਓ ਸਾਰ ਸੰਤ ਦੀ ਉਹ ਕਹਿ ਲਓ ਵੀ ਹਵਨ ਕੁੰਡ ਹੈ। ਤੇ ਜਿਸ ਥਾਂ ਤੇ ਯੱਗ ਹੋਵੇ ਨਾ ਉੱਥੇ ਫਿਰ ਰਣ ਥੰਬਾ ਕੱਢਿਆ ਜਾਂਦਾ ਹੈ, ਇੱਕ ਝੰਡਾ ਕੱਢਿਆ ਜਾਂਦਾ ਵੀ ਭਾਈ ਇਸ ਥਾਂ ਤੇ ਯੱਗ ਹੋ ਰਿਹਾ, ਵੀ ਜੋ ਕਿਸੇ ਨੂੰ ਵੀ ਕੋਈ ਭੁੱਖ ਹੈ ਤੇ ਕੋਈ ਭੁੱਖਾ ਨੰਗਾ ਇੱਥੇ ਆ ਕੇ ਗੱਪਾ ਪਾਣੀ ਛਕੇ, ਆਨੰਦ ਲਵੇ। ਸੋ ਸਾਰ ਸੰਤ ਜੀ ਕਹਿੰਦੇ ਵੀ ਜੱਗ ਥੰਬ ਸੇ ਸੋਭਤ ਝੰਡਾ। ਜਾਂ ਹੱਥ ਵਿੱਚ ਝੰਡਾ ਫੜਿਆ ਹੋਇਆ ਨਾ, ਜੱਗ ਕਰਨ ਤੋਂ ਪਹਿਲਾਂ, ਜੰਗ ਕਰਨ ਤੋਂ ਪਹਿਲਾਂ ਜੱਗ ਹੱਥ ਵਿੱਚ ਝੰਡਾ ਹੁੰਦਾ, ਨਿਸ਼ਾਨ ਹੁੰਦਾ, ਜਿਹਨੂੰ ਸੂਰਮੇ ਭੁੰਜੇ ਨਹੀਂ ਡਿੱਗਣ ਦਿੰਦੇਗੇ। ਇਹ ਸਾਰ ਸੰਤ ਜੀ ਕਹਿ ਲਓ ਵੀ ਜੱਗ ਦਾ ਥੰਬਾ ਹੈ, ਜਿਹੜਾ ਝੰਡਾ ਹੈ ਨਾ, ਇਹੋ ਸਾਰ ਸੰਤ ਜੀ ਕਹਿ ਲਓ ਵੀ ਥੰਮਾ ਹੈ ਜੱਗ ਦਾ। ਜਿਹੜੇ ਬੰਦੇ ਨੇ ਯੱਗ ਕਰਨਾ ਹੋਵੇ ਨਾ, ਉਹਨੂੰ ਫਿਰ ਸ਼ੂਨਤਾ ਛੱਡਣੀ ਪੈਂਦੀ ਹੈ, ਕੰਜੂਸੀ ਛੱਡਣੀ ਪੈਂਦੀ ਹੈ। ਤੇ ਇਧਰਲੇ ਪਾਸੇ ਇਹਨਾਂ ਨੇ ਕੀ ਕੀਤਾ? ਸਾਰ ਸੰਤ ਜੀ ਉਹ ਜਿਵੇਂ ਕੰਜੂਸੀ ਛੱਡਣੀ ਪੈਂਦੀ ਹੈ ਯੱਗ ਕਰਨ ਵਾਲੇ ਨੂੰ, ਐਵੇਂ ਇਹਨਾਂ ਸੂਰਮਿਆਂ ਨੇ ਆਪਣੇ ਦਿਲ ਦੇ ਵਿੱਚੋਂ ਜਿਹੜੀ ਕਾਇਰਤਾ, ਬੁਜ਼ਦਿਲੀ ਹੈ ਜਿਹੜੀ, ਇਹ ਛੱਡ ਦਿੱਤੀ ਹੈ, ਨਾਸ ਕੀਤੀ ਹੈ। ਜਦੋਂ ਆਪਾਂ ਯੱਗ ਕਰਾਉਂਦੇ ਆ ਕੋਈ ਵੀ ਪ੍ਰਾਣੀ, ਤਾਂ ਉਸ ਦੇ ਸਾਰ ਸੰਤ ਜੀ ਉਹ ਆਲੇ ਦੁਆਲੇ ਜਿਹੜੇ ਯੱਗ ਕਰਨ ਵਾਲੇ ਹੁੰਦੇ ਨੇ ਨਾ, ਉਹਨਾਂ ਨੂੰ ਚਮਚੇ ਹੁੰਦੇ ਨੇ ਦੇਸੀ ਘੀ ਪਾਉਣ ਦੇ ਵਾਸਤੇ, ਸਮੱਗਰੀ ਪਾਉਣ ਦੇ ਵਾਸਤੇ। ਇੱਧਰਲੇ ਪਾਸੇ ਆਪਣਾ ਚਮਚੇ ਕਿਹੜੇ ਨੇ? ਕਹਿੰਦੇ ਤਲਵਾਰਾਂ ਦੇ ਸਰੋਏ ਨੇ ਭਾਈ, ਤਲਵਾਰਾਂ ਦੇ ਚਮਚੇ ਨੇ, ਤਲਵਾਰਾਂ ਦੇ ਨਾਲ ਸਾਰ ਸੰਤ ਜੀ ਯੱਗ ਕਰਦੇ ਨੇ। ਜਿਹੜੇ ਦੁਸ਼ਟ ਲੋਕ ਹਨ ਉਹਨਾਂ ਦਾ ਮਾਸ ਜਿਹੜਾ ਵੱਢ ਵੱਢ ਕੇ ਸਾਰ ਸੰਗਤ ਦੇ ਸੁੱਟਣਾ, ਉਹਨਾਂ ਨੇ ਟੁਕੜੇ ਟੁਕੜੇ ਕਰਨਾ। ਇਹ ਕਹਿ ਲਓ ਵੀ ਸਾਰ ਸੰਗਤ ਦੀ ਬੜੀ ਸੋਹਣੀ ਅਹੂਤੀ ਦਿੱਤੀ ਹੈ, ਇਹ ਸਮੱਗਰੀ ਪਾਈ ਜਾ ਰਹੀ ਹੈ। ਜਿਹੜੇ ਜ਼ੁਲਮ ਕਰਨ ਵਾਲੇ ਜ਼ਾਲਮ ਲੋਕ ਨੇ, ਉਹਨਾਂ ਨੂੰ ਜਿਹੜਾ ਮਾਰਨਾ ਹੈ, ਉਹਨਾਂ ਦਾ ਜਿਹੜਾ ਲਹੂ ਹੈ, ਇਹ ਕਹਿ ਲਓ ਸਾਰ ਸੰਗਤ ਦੀ ਦੇਸੀ ਘਿਓ ਪਾਇਆ ਜਾ ਰਿਹਾ ਹੈ ਇਸ ਹਵਨ ਕੁੰਡ ਦੇ ਵਿੱਚ। ਜੀ ਹੈ ਸਾਰ ਸੰਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਅੰਸ ਬੰਸ, ਵੇਦੀਆਂ ਦੀ ਅੰਸ ਬੰਸ ਤੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਵਸਣ ਵਾਲੀ ਹੈ। ਜਿਨ੍ਹਾਂ ਦੀ ਸੰਸਾਰ ਦੇ ਅੰਦਰ ਬਹੁਤ ਜ਼ਿਆਦਾ ਵਡਿਆਈ ਹੈ ਜਿਹੜੀ ਕਾਇਮ ਹੋ ਚੁੱਕੀ ਸੀ, ਭੂਸ਼ਤ ਹੋ ਚੁੱਕੀ ਸੀ।
ਤੇ ਬਹੁਤ ਲੰਬੇਰਾ ਸਮਾਂ ਰਹਿੰਦਿਆਂ ਹੋਇਆਂ ਉਹਨਾਂ ਨੇ ਬਤੀਤ ਕੀਤਾ। ਪਾਸਿਵ ਰਾਮ ਤਾਸ ਕੁਲ ਮਾਹੇ। ਬੇਦੀਆਂ ਦੀ ਅੰਸ ਬੰਸ ਦੇ ਵਿੱਚ ਪਿਆਰਿਓ ਇੱਕ ਬਾਬਾ ਸ਼ਿਵਰਾਮ ਜੀ ਹੋਏ ਨੇ ਸਤਪੁਰਸ਼। ਮ੍ਰਿਤ ਜਾਤ ਕੀ ਜਨਮਨ ਕਿਨੇ। ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਸ਼ਾਂਤ ਕੀ ਵਿਰਤੀ ਨੂੰ ਧਾਰਨਾ ਕੀਤਾ ਸੀ। ਸਾਰ ਸੰਤ ਜੀਓ, ਸ਼ਾਂਤ ਕੀ ਵਿਰਤੀ ਕਿਹੜੀ ਹੁੰਦੀ ਹੈ? 3 ਤਰ੍ਹਾਂ ਦੇ ਗੁਣ ਹੁੰਦੇ ਨੇ। 3 ਗੁਣਾਂ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਰਜੋ ਗੁਣ ਦਾ ਮਤਲਬ ਕਿ ਵੀ ਰਾਜਸੀ ਸੁਭਾਅ ਹੋਣਾ ਕਿਸੇ ਦਾ। ਕਿਸੇ ਵਿੱਚ ਰਜੋ ਗੁਣ ਹੁੰਦਾ, ਸੁਭਾਅ 3 ਹੁੰਦੇ ਨੇ, ਸਾਰੇ ਨੀਤੀ ਵੀ ਖੇਡਦੇ ਨੇ। ਰਜੋ ਗੁਣ ਦਾ ਭਾਵ ਹੈ ਸਾਰ ਸੰਤ ਦੀ ਰਾਜਸੀ ਸੁਭਾਅ ਹੋਣਾ, ਨੀਤੀ ਆਦਿਕ ਖੇਡਣੀ। ਤੇ ਤਮੋ ਗੁਣ ਦਾ ਮਤਲਬ ਹੈ ਗੁੱਸੇ ਦੇ ਵਿੱਚ ਆ ਕੇ ਕੋਈ ਨਾ ਕੋਈ ਸਾਰ ਸੰਤ ਦੀ ਕਦਮ ਚੱਕਣਾ, ਗੁੱਸੇ ਵਾਲਾ ਸੁਭਾਅ ਹੋਣਾ। ਇੱਕ ਹੁੰਦਾ ਸਤੋ ਗੁਣ। ਸਤੋ ਗੁਣ ਤੋਂ ਭਾਵ ਕੀ ਹੈ? ਸਾਰ ਸੰਤ ਦੀ ਸ਼ਾਂਤ ਕੀ ਸੁਭਾਅ ਹੋਣਾ। ਸੋ ਸ਼ਾਂਤ ਕੀ ਸੁਭਾਅ ਕਿਹੜਾ ਹੈ? ਵਾਹਿਗੁਰੂ ਵਾਹਿਗੁਰੂ ਕਰਨਾ, ਰੱਬ ਰੱਬ ਕਰਨਾ, ਮਨ ਨੂੰ ਟਿਕਾ ਕੇ ਰੱਖਣਾ, ਸਾਰ ਸੰਤ ਦੀ ਨੇਕ ਕਰਮ ਕਰਨੇ। ਸੋ ਜਿਹਦੇ ਕਰਕੇ ਆਪਣਾ ਮਨ ਆਪਣਾ ਡੋਲੇ, ਸਾਰ ਸੰਤ ਦੀ ਉਹ ਮਾੜੇ ਜਿਹੜੇ ਪਾਪ ਕਰਮ ਹਨ ਉਹਨਾਂ ਨੂੰ ਨਾ ਕਰਨਾ। ਸੋ ਸਾਰ ਸੰਤ ਜੀ ਉਹ ਕਵੀ ਜੀ ਕਹਿੰਦੇ ਕਿ ਉਹਨਾਂ ਨੇ ਸ਼ਾਂਤ ਕੀ ਵਿਰਤੀ ਨੂੰ ਧਾਰਨ ਕੀਤਾ। ਸ਼ਾਂਤ ਕੀ ਵਿਰਤੀ ਤੋਂ ਭਾਵ ਸਾਰ ਸੰਤ ਦੀ ਪਰਮੇਸ਼ਰ ਜੀ ਦਾ ਨਾਮ ਜਪਣਾ, ਬੰਦਗੀ ਕਰਨੀ ਤੇ ਇਹੋ ਜਿਹੀ ਉਹਨਾਂ ਨੇ ਮਨ ਦੀ ਵਿਰਤੀ ਬਣਾ ਲੈਣਾ ਕੀਤੀ। ਜੀਵਾ ਰਜ ਤਮ ਕੀ ਤਜ ਦੀਨੀ। ਉਪਜੀਵਕਾ ਜਿਹੜੀ ਰਜੋ ਗੁਣ ਵਾਲੀ, ਤਮੋ ਗੁਣ ਵਾਲੀ, ਇਹ ਛੱਡ ਦਿੱਤੀ। ਰਜੋ ਗੁਣ ਵਾਲੀ ਕਿਹੜੀ ਹੈ? ਨੀਤੀ ਦੇ ਨਾਲ ਠੱਗੀ ਠੋਰੀ ਕਰਕੇ ਸਾਰ ਸੰਤ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਰਾਜਸੀ ਸੁਭਾਅ ਬਣਾ ਕੇ ਤੇ ਆਪਣੀ ਉਪਜੀਵਕਾ ਉਵੇਂ ਚਲਾਉਣੀ, ਨੀਤੀ ਆਦਿਕ ਖੇਡਣੀ। ਤੇ ਤਮੋ ਗੁਣ ਵਾਲੀ ਕਿਹੜੀ ਹੈ? ਵੀ ਸ਼ਿਕਾਰ ਕਰਨਾ, ਕਿਸੇ ਨੂੰ ਲੁੱਟ ਲੈਣਾ, ਖਸੁੱਟ ਲੈਣਾ। ਸਾਰ ਸੰਤ ਜੀ ਇਹ ਹੈ ਤਮੋ ਗੁਣ ਵਾਲੀ ਉਪਜੀਵਕਾ, ਇਹ ਉਹਨਾਂ ਨੇ ਛੱਡ ਦੇਣਾ ਕੀਤੀ। ਬਾਬਾ ਸ਼ਿਵਰਾਮ ਜੀ ਜਿਹੜੇ ਸਨ ਸਾਰ ਸੰਤ ਜੀ, ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਰਾਮ ਨਾਰਾਇਣ ਜੀ ਸੀ। ਸੋ ਸਾਰ ਸੰਤ ਜੀ ਬਾਬਾ ਰਾਮ ਨਾਰਾਇਣ ਜੀ ਜਿਹੜੇ ਸਨ, ਉਹਨਾਂ ਦੇ ਘਰ ਦੇ ਅੰਦਰ ਬਾਬਾ ਸ਼ਿਵਰਾਮ ਜੀ ਜਿਹੜੇ ਸਨ, ਜਾਂ ਜਿਨ੍ਹਾਂ ਦਾ ਨਾਮ ਸ਼ਿਵ ਨਾਰਾਇਣ ਜੀ ਸੀ, ਉਹਨਾਂ ਦਾ ਜਨਮ ਹੋਇਆ 1417 ਦੇ ਵਿੱਚ। ਸਾਰ ਸੰਤ ਜੀਓ ਅਗਾਂਹ ਇੱਥੋਂ ਸਾਰ ਸੰਤ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਪਿਤਾ ਧੰਨ ਬਾਬਾ ਕਲਿਆਣ ਚੰਦ ਜੀ, ਜਿਨ੍ਹਾਂ ਦਾ ਨਾਮ ਲੋਕ ਬੜੇ ਪਿਆਰ ਦੇ ਨਾਲ ਬਾਬਾ ਮਹਿਤਾ ਕਾਲੂ ਜੀ ਕਰਕੇ ਲੈਂਦੇ ਸਨ, ਉਹਨਾਂ ਦਾ ਸਾਰ ਸੰਤ ਜੀ ਉਹ ਜਨਮ ਹੋਇਆ। ਤੇ ਹੋਇਆ ਕੀ? ਹੋਏ ਅਹਿੰਸਕ ਆਯੁਧ ਕਰ ਸ਼ੋਰੇ। ਤੇ ਹਿੰਸਾ ਤੋਂ ਰਹਿਤ ਹੋ ਕੇ, ਹਿੰਸਾ ਤੋਂ ਰਹਿਤ ਹੋਣਾ ਮਤਲਬ ਕੀ ਹੈ? ਵੀ ਜੀਵ ਹੱਤਿਆ ਨਹੀਂ ਕਰਨੀ। ਆਪਣੇ ਹੱਥਾਂ ਦੇ ਵਿੱਚੋਂ ਹਥਿਆਰ ਛੱਡ ਦਿੱਤੇ ਉਹਨਾਂ ਨੇ। ਕਿਉਂਕਿ ਕੋਈ ਵੀ ਬੰਦਾ ਸਾਰ ਸੰਤ ਦੀ ਜਦੋਂ ਬੰਦਗੀ ਕਰਦਾ ਨਾ, ਸੇਵਾ ਕਰਦਾ, ਸਿਮਰਨ ਕਰਦਾ, ਸ਼ੁਭ ਕਰਮ ਕਰਦਾ, ਤੇ ਉਹਦੇ ਦਿਲ ਵਿੱਚ ਦਇਆ ਆ ਜਾਂਦੀ ਹੈ। ਤੇ ਜਦੋਂ ਦਇਆ ਆ ਜਾਂਦੀ ਹੈ ਫਿਰ ਉਹਦਾ ਸੁਭਾਅ ਸਤੋਗੁਣੀ ਹੋ ਜਾਂਦਾ, ਸ਼ਾਂਤ ਕੀ ਹੋ ਜਾਂਦਾ। ਕੋਈ ਵੀ ਜਦੋਂ ਨਾਮ ਜਪੇ, ਬੰਦਗੀ ਵਾਲੇ ਰਸਤੇ ਦੇ ਉੱਤੇ ਤੁਰੇ। ਤੋ ਐਵੇਂ ਸਾਰ ਸੰਤ ਜੀਓ ਇਹਨਾਂ ਨੇ ਹਥਿਆਰ ਛੱਡ ਦਿੱਤੇ। ਸ੍ਰੀ ਪਦ ਕੇ ਪਦ ਪਦਮ ਨਿਹੋਰੇ। ਸ਼੍ਰੋਮਣੀ ਪਤੀ ਜੋ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦੇ ਚਰਨ ਕਮਲਾਂ ਦੇ ਤਾਂ ਹੀ ਪੂਜਣਾ ਕੀਤਾ। ਜਿਹੜਾ ਵਾਹਿਗੁਰੂ ਪ੍ਰਮਾਤਮਾ ਸਾਰੀ ਦੁਨੀਆ ਦਾ ਮਾਲਕ ਹੈ। ਤਿਹ ਬਨਾਰਸੀ ਨਾਮ ਸੋਤੀਆ। ਬਾਬਾ ਸ਼ਿਵਰਾਮ ਜੀ ਦੇ ਜਿਹੜੇ ਧਰਮ ਸੁਪਤਨੀ ਜੀ ਸਨ, ਅਤੇ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਮਾਤਾ ਜੀ ਕਹਿ ਸਕਦੇ ਹਾਂ, ਮਾਤਾ ਬਨਾਰਸੀ ਜੀ ਜਿਹੜੇ ਸਨ, ਉਹਨਾਂ ਦਾ ਨਾਮ ਵਾਹਿਗੁਰੂ ਤਿਹ ਬਨਾਰਸੀ ਨਾਮ ਸੋਤੀਆ। ਉਹਨਾਂ ਦੀ ਧਰਮ ਸੁਪਤਨੀ ਜੀ ਦਾ ਨਾਮ ਸਾਰ ਸੰਤ ਦੀ ਮਾਤਾ ਬਨਾਰਸੀ ਜੀ ਸੀ। ਤੇ ਪਤਵਰਤ ਧਰਮ ਜਾਸ ਦ੍ਰਿੜ ਕੀਆ। ਜਿਨ੍ਹਾਂ ਨੇ ਆਪਣੇ ਦਿਲ ਦੇ ਵਿੱਚ ਪਤੀਵਰਤਾ ਧਰਮ ਨੂੰ ਪੱਕਿਆ ਕੀਤਾ ਹੋਇਆ ਸੀ। ਤਿੰਨ ਤੇ ਸੁਤਜੁਗ ਭਏ ਸੁਚਾਲੋ। ਉਹਨਾਂ ਤੋਂ ਸਾਰ ਸੰਤ ਜੀ ਬਹੁਤ ਜਿਹੜਾ ਸ੍ਰੇਸ਼ਟਾਚਾਰ ਵਾਲੇ 2 ਪੁੱਤਰ ਹੋਏ। ਵੜ ਕਾਲੂ ਛੋਟੋ ਭਾ ਲਾਲੂ। ਤੇ ਵੱਡੇ ਦਾ ਨਾਮ ਸੀ ਬਾਬਾ ਕਲਿਆਣ ਚੰਦ ਜੀ, ਜਿਨ੍ਹਾਂ ਦਾ ਸਾਰ ਸੰਗਤ ਜੀ ਬੜੇ ਪਿਆਰ ਦੇ ਨਾਲ ਨਾਮ ਰੱਖਣਾ ਕੀਤਾ। ਅਤੇ ਛੋਟੇ ਦਾ ਨਾਮ ਸਾਰ ਸੰਗਤ ਜੀ ਬਾਬਾ ਲਾਲ ਚੰਦ ਜੀ ਸੀ।
ਸੋ ਐਵੇਂ ਸਾਰ ਸੰਗਤ ਜੀ ਇਹਨਾਂ ਦੋਵਾਂ ਭਰਾਵਾਂ ਦਾ ਜਨਮ ਹੋਇਆ। ਵਡਭਾਗੀ ਜੋ ਹੈ ਸ਼ੁਭ ਕਰਮੀ, ਜਿਹੜੇ ਕਿ ਬਹੁਤ ਜ਼ਿਆਦਾ ਵੱਡਿਆਂ ਭਾਗਾਂ ਵਾਲੇ ਹਨ, ਜਿਹੜੇ ਕਿ ਨੇਕ ਕਰਮਾਂ ਦੇ ਤਾਈਂ ਕਰਨ ਵਾਲੇ ਹਨ। ਭਗਤ ਪਰਾਇਣ ਨਿਸ਼ਚਲ ਧਰਮੀ, ਸਾਰ ਸੰਗਤ ਜੀ ਭਗਤੀ ਦੇ ਅਧੀਨ ਰਹਿਣ ਵਾਲੇ ਹਨ। ਵਾਹਿਗੁਰੂ ਪਰਮੇਸ਼ਰ ਜੀ ਦੀ ਜਿਹੜੀ ਭਗਤੀ ਹੈ ਨਾ, ਉਹਦੇ ਅਧੀਨ ਰਹਿਣ ਵਾਲੇ ਹਨ। ਵਾਹਿਗੁਰੂ ਦੀ ਭਗਤੀ ਦੇ ਅਧੀਨਤਾ ਭਾਵ ਕੀ ਹੈ ਵੀ ਹਰੇਕ ਬਾਤ ਪਰਮੇਸ਼ਰ ਦਾ ਨਾਮ ਜਪਣਾ, ਪਰਮੇਸ਼ਰ ਨੂੰ ਨਜ਼ਦੀਕ ਜਾਣ ਕਰਕੇ ਸਾਰ ਸੰਗਤ ਜੀ ਉਹ ਮਾੜੇ ਕਰਮਾਂ ਤੋਂ ਬਚਣਾ ਤੇ ਪੱਕੇ ਧਰਮੀ ਸਨ। ਉਹ ਜਪ ਤਪ ਬ੍ਰਤ ਨੇਮ ਸਮੁਦਾਏ, ਪਹਿਲੇ ਸਮੇਂ ਦੇ ਵਿੱਚ ਇਹੋ ਸਾਰ ਸੰਗਤ ਜੀ ਇਹੀ ਸਾਰਾ ਕੁਝ ਸੀ। ਜਪ ਕਰਨਾ ਤੇ ਤਪ ਤਪੱਸਿਆ ਕਰਨੀ, ਪੁੱਠੇ ਲਮਕਣਾ ਜਾਂ ਜਲ ਧਾਰੇ ਕਰਨੇ ਜਾਂ ਆਲੇ ਦੁਆਲੇ ਧੂਣੀਆਂ ਲਾ ਕੇ ਵਿਚਾਲੇ ਬਹਿ ਜਾਣਾ, ਇਹਨੂੰ ਤਪੱਸਿਆ ਆਖਿਆ ਜਾਂਦਾ ਸੀ। ਸਾਰ ਸੰਗਤ ਜੀ ਤਪ ਕਿਹੜਾ ਤੇ ਸਾਰ ਸੰਗਤ ਜੀ ਬ੍ਰਤ ਤੇ ਵਰਤ ਰੱਖਣੇ, ਨਿਯਮਾਂ ਦੇ ਤਾਈਂ ਅਪਣਾਉਣਾ, ਇਹ ਸਾਰੇ ਜਿਹੜੇ ਸਾਰ ਸੰਗਤ ਜੀ ਨੇਕ ਕਰਮ ਸਨ ਪਿਛਲੇ ਸਮੇਂ ਵਿੱਚ ਜਿਹੜੇ ਮੰਨੇ ਜਾਂਦੇ। ਕਰਤ ਬਹੁਤ ਜਿਹੇ ਜਨਮ ਬਿਤਾਏ, ਜਿਨ੍ਹਾਂ ਨੇ ਬਹੁਤ ਨੇਕ ਕਰਮ ਕਰਦਿਆਂ ਹੋਇਆਂ ਕਈ ਜਿਹੜੇ ਜਨਮ ਸਨ ਆਪਣੇ ਬਤੀਤ ਕਰ ਦਿੱਤੇ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਬਾਅਦ ਵਿੱਚ ਜਾਪ ਦੀ ਮਰਿਆਦਾ ਚੱਲੀ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਪੱਸਿਆ ਕਿਹੜੀ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਗੁਰ ਸੇਵਾ, ਤਪਾਂ ਸਿਰ ਤਪਸਾਰ, ਗੁਰੂ ਸਾਹਿਬ ਦੀ ਜਿਹੜੀ ਸੇਵਾ ਹੈ ਇਹ ਸਾਰੀਆਂ ਤਪੱਸਿਆ ਦੇ ਨਾਲੋਂ ਸਾਰ ਸੰਗਤ ਦੀ ਸ਼੍ਰੋਮਣੀ ਤਪੱਸਿਆ ਹੈ। ਤੇ ਵਰਤ ਕਿਹੜਾ? ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਵਾਨ ਭੁੱਖੇ ਰਹਿਣਾ ਪ੍ਰਵਾਨ ਨਹੀਂ ਹੈ। ਸਾਰ ਸੰਗਤ ਜੀ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, 10ਵੇਂ ਪਾਤਸ਼ਾਹ ਜੀ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਅਲਪ ਆਹਾਰ ਤੋਂ ਭਾਵ ਥੋੜ੍ਹਾ ਜਿਹਾ ਭੋਜਨ ਛਕਣਾ, ਸਰੀਰ ਨੂੰ ਚਲਾਉਣ ਦੇ ਵਾਸਤੇ ਭੁੱਖ ਰੱਖ ਕੇ ਖਾਣਾ, 3 ਪ੍ਰਸ਼ਾਦਿਆਂ ਦੀ ਭੁੱਖ ਹੈ ਤੇ 2 ਛਕਣੇ। ਸੋ ਸਾਰ ਸੰਗਤ ਜੀ ਅਲਪ ਆਹਾਰ ਸੁਲਪ ਸੀ ਨਿੰਦਰਾ, ਤੇ ਝਪਕੀ ਮਾਤਰ ਹੀ ਨੀਂਦ ਲੈਣੀ ਵੀ ਜਿੰਨੀ ਸਰੀਰ ਨੂੰ ਜ਼ਰੂਰਤ ਹੈ। ਕਿਉਂਕਿ ਥੋੜ੍ਹਾ ਸਵਣਾ ਖਾਵਣਾ ਥੋੜ੍ਹਾ ਬੋਲਣ ਗੁਰਮਤ ਪਾਏ, ਥੋੜ੍ਹਾ ਸੌਣਾ ਥੋੜ੍ਹਾ ਖਾਣਾ ਤੇ ਥੋੜ੍ਹਾ ਬੋਲਣਾ। ਸਾਰ ਸੰਗਤ ਜੀ ਇਹ ਗੁਰੂ ਕੀ ਮੱਤ ਜਿਹੜੀ ਹੈ ਨਾ, ਇਹਦਾ ਸਿਧਾਂਤ ਹੈ। ਉਹੀ ਉਹ ਪੁਰਾਣੀ ਗੁਰੂ ਕੀ ਮੱਤ ਨੂੰ ਪ੍ਰਾਪਤ ਕਰ ਸਕਦਾ, ਜਾਂ ਕਹਿ ਲਓ ਵੀ ਜਿਹਨੇ ਗੁਰੂ ਕੀ ਮੱਤ ਪ੍ਰਾਪਤ ਕੀਤੀ ਹੈ ਨਾ, ਉਹਦਾ ਸੁਭਾਅ ਹੀ ਇਹੋ ਜਿਹਾ ਬਣ ਜਾਂਦਾ ਵੀ ਥੋੜ੍ਹਾ ਸੌਣਾ ਥੋੜ੍ਹਾ ਖਾਣਾ ਤੇ ਥੋੜ੍ਹਾ ਬੋਲਣਾ, ਆਨੰਦ ਦੇ ਵਿੱਚ ਰਹਿਣਾ, ਬਾਣੀ ਪੜ੍ਹਨੀ, ਬੰਦਗੀ ਕਰਨੀ, ਇਹ ਹੈ ਗੁਰੂ ਦੀ ਮੱਤ। ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤਾਂ ਹਾਲੇ ਆਏ ਨਹੀਂ ਸਨ ਪਿਆਰਿਓ। ਤੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਪਹਿਲਾਂ ਜਿਹੜੇ ਲੋਕ ਸਨ ਉਹ ਪਹਿਲਾਂ ਵਾਲੀ ਨੇਕ ਕਰਮ ਕਰਿਆ ਕਰਦੇ ਸਨ, ਜਿਹੜੇ ਉਸ ਵਕਤ ਸਾਰ ਸੰਗਤ ਜੀ ਪ੍ਰਚਲਿਤ ਸਨ। ਸੋ ਇਸ ਕਰਕੇ ਜਪ ਕਰਨਾ, ਤਪੱਸਿਆ ਕਰਨੀ, ਵਰਤ ਰੱਖਣੇ, ਨੇਮ ਸਾਰ ਸੰਗਤ ਜੀ ਅਪਣਾਉਣੇ, ਇਹ ਕਰਦਿਆਂ ਹੋਇਆਂ ਬਾਬਾ ਮਹਿਤਾ ਕਾਲੂ ਜੀ ਹੋਰਾਂ ਨੇ, ਧੰਨ ਬਾਬਾ ਕਲਿਆਣ ਚੰਦ ਜੀ ਹੋਰਾਂ ਨੇ ਬਹੁਤ ਜ਼ਿਆਦਾ ਜਨਮ ਜਿਹੜੇ ਸਨ ਬਤੀਤ ਕਰ ਦਿੱਤੇ ਸਨ। ਇੱਕ ਅੱਧੇ ਜਨਮ ਦੀ ਭਗਤੀ ਨਹੀਂ ਸੀ ਬਾਬਾ ਕਲਿਆਣ ਚੰਦ ਜੀ ਦੀ। ਸਾਰ ਸੰਗਤ ਜੀ ਉਹ ਸ਼ੇਰ ਆ ਨਾ, ਜਿਹੜੀ ਸ਼ੇਰਨੀ ਹੁੰਦੀ ਹੈ ਉਹੀ ਆਪਣੇ ਘਰ ਦੇ ਵਿੱਚ ਸ਼ੇਰ ਨੂੰ ਜਨਮ ਦੇ ਸਕਦੀ ਹੈ। ਜਿਹੜਾ ਖਿਡੌਣਾ ਹੁੰਦਾ ਉਹ ਖਿਡੌਣਿਆਂ ਨੂੰ ਜਨਮ ਦਿੰਦਾ ਹੈ। ਜੇਕਰ ਮਾਂ ਦੀ ਬੰਦਗੀ ਹੈ, ਪਿਛਲੇ ਜਨਮ ਦੀ ਹੈ, ਇਸ ਜਨਮ ਦੀ ਹੈ, ਬਾਪ ਦੀ ਬੰਦਗੀ ਹੈ, ਸਾਰ ਸੰਗਤ ਜੀ ਇਸ ਜਨਮ ਦੀ ਤੇ ਪਿਛਲੇ ਜਨਮ ਦੀ ਵੀ ਉਹਨਾਂ ਦੇ ਘਰ ਦੇ ਵਿੱਚ ਹੀ ਭਗਤ ਸੂਰਮਾ ਪੈਦਾ ਹੋ ਸਕਦਾ ਹੈ। ਜੇ ਹੁਣ ਆਪਾਂ ਆਖੀਏ ਵੀ ਬੰਦਗੀ ਕਰੀਏ ਕੋਈ ਨਾ, ਤੇ ਸਾਡੇ ਘਰ ਦੇ ਵਿੱਚ ਰੂਹ ਪੈਦਾ ਹੋਵੇ ਬੰਦਗੀ ਵਾਲੀ, ਇਹ ਹੋ ਸਕਦਾ ਕਦੇ ਨਹੀਂ। ਜਿਹੋ ਜਿਹੀ ਧਰਤੀ ਹੋਵੇਗੀ ਸਾਰ ਸੰਗਤ ਦੀ ਫਸਲ ਵੀ ਉਹੋ ਜਿਹੀ ਹੋਣੀ ਹੈ। ਜਿਹੋ ਜਿਹਾ ਬੀਜ ਪਾਵਾਂਗੇ ਉਹੋ ਜਿਹਾ ਉੱਗੇਗਾ ਪਿਆਰਿਓ। ਸੋ ਇਸੇ ਤਰੀਕੇ ਦੇ ਨਾਲ ਜਿਹੋ ਜਿਹਾ ਸਾਰ ਸੰਗਤ ਦੀ ਉਹ ਮਾਤਾ ਦਾ ਜੀਵਨ ਹੋਵੇਗਾ, ਬਾਪ ਦਾ ਜੀਵਨ ਹੋਵੇਗਾ, ਉਹੋ ਜਿਹੇ ਘਰ ਦੇ ਵਿੱਚ ਔਲਾਦ ਪੈਦਾ ਹੋਵੇਗੀ। ਇੱਦੋਂ ਵੱਧ ਮੱਤਾਂ ਆਸ ਕੋਈ ਰੱਖਣੀ। ਸੋ ਸਾਰ ਸੰਗਤ ਜੀ ਜੇਕਰ ਆਪਾਂ ਸਿਮਰਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਮਾਤਾ ਉੱਠਦੇ ਹਾਂ ਬਹਿੰਦੇ ਹਾਂ ਸਾਰ ਵਾਹਿਗੁਰੂ 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 ਨਾਮ ਜਪੇ, ਸਵਾਸ ਸਵਾਸ ਨਾਲ ਜਪੇ। ਸਾਰ ਸੰਗਤ ਜੀ ਵੱਧ ਤੋਂ ਵੱਧ ਸਹਿਜ ਪਾਠ ਕਰੇ, ਜਪਜੀ ਸਾਹਿਬ ਜੀ ਦੇ ਪਾਠ ਕਰੇ, ਚੌਪਈ ਸਾਹਿਬ ਦੇ ਪਾਠ ਕਰੇ, ਤਾਂ ਸਾਰ ਸੰਗਤ ਜੀ ਆਪਣੇ ਆਪ ਹੀ ਘਰ ਦੇ ਵਿੱਚ ਸਤਿਪੁਰਸ਼ ਪੈਦਾ ਹੋਵੇਗਾ। ਤੇ ਜੇਕਰ ਆਪਣਾ ਸਾਰ ਸੰਗਤ ਜੀ ਜਦੋਂ ਵੇਖਿਆ ਹਰੇਕ ਵਾਰ TV ਵੇਖੀ ਜਾਣਾ, ਹਰੇਕ ਵਾਰ ਕੋਈ ਫੋਨ ਦੇ ਉੱਤੇ ਉਹ ਜਿਹਾ ਸੰਸਾਰਕ ਹੀ ਕਾਰ ਵਿਹਾਰ ਵੇਖੀ ਜਾਣਾ, ਤੇ ਫਿਰ ਸਾਰ ਸੰਗਤ ਜੀ ਘਰ ਦੇ ਵਿੱਚ ਔਲਾਦ ਵੀ ਉਹੋ ਜਿਹੀ ਪੈਦਾ ਹੋਵੇਗੀ। ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਸਾਰ ਸੰਗਤ ਜੀ ਉਹ ਸਤਿਪੁਰਸ਼ ਹੁੰਦੇ ਨੇ, ਆਏ ਨਹੀਂ ਵੀ ਨਹੀਂ ਹੁੰਦੇ।
ਟਾਵੇਂ ਟਾਵੇਂ ਹੁੰਦੇ ਨੇ। ਕਾਰਨ ਕੀ ਹੈ? ਬੰਦਗੀਆਂ ਵਾਲੀਆਂ ਕੁੱਖਾਂ ਘੱਟ ਨੇ। ਸਾਰ ਸੰਗਤ ਦੀ ਪਵਿੱਤਰ ਰੂਹ ਨੇ ਜੇ ਆਉਣਾ ਹੈ ਤੇ ਪਵਿੱਤਰ ਸਥਾਨ 'ਤੇ ਹੀ ਆਉਣਾ ਹੈ। ਹਾਂਜੀ, ਅਤੇ ਹੁਣ ਜੇਕਰ ਆਪਾਂ ਆਖੀਏ ਕਿ ਕੱਲਰੀ ਧਰਤੀ ਦੇ ਉੱਤੇ ਕਮਲ ਦਾ ਫੁੱਲ ਪੈਦਾ ਹੋ ਜਾਵੇ, ਹੋ ਸਕਦਾ? ਇਹ ਨਹੀਂ ਹੋ ਸਕਦਾ ਗਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਿਤਾ ਧੰਨ ਬਾਬਾ ਮਹਿਤਾ ਕਾਲੂ ਜੀ ਦੀ ਸਾਰ ਸੰਗਤ ਦੀ ਇਸ ਜਨਮ ਦੀ ਇਕੱਲੀ ਨਹੀਂ, ਬਹੁਤ ਜ਼ਿਆਦਾ ਸਾਰ ਸੰਗਤ ਦੀ ਉਹ ਪਿਛਲੇ ਜਨਮਾਂ ਦੀ ਵੀ ਬੰਦਗੀ ਸੀ। ਐਵੇਂ ਬਹੁਤ ਜ਼ਿਆਦਾ ਜਪ ਤਪ ਕਰਦਿਆਂ ਹੋਇਆਂ ਬੰਦਗੀ ਕਰਦਿਆਂ ਜਨਮ ਬਤੀਤ ਕੀਤੇ। ਜਨਮ ਕੀ ਇੱਛਾ ਜਸ, ਜਿਨ੍ਹਾਂ ਦੇ ਦਿਲ ਵਿੱਚ ਇੱਕ ਜਨਮ ਦੀ ਨਹੀਂ ਅਨੇਕਾਂ ਜਨਮਾਂ ਦੀ ਇੱਛਾ ਸੀ। ਇਹ ਕਿ ਵਾਹਿਗੁਰੂ ਪ੍ਰਮਾਤਮਾ ਜਿਹੜਾ ਸਾਰੇ ਸੰਸਾਰ ਦੀ ਚੇਸ਼ਟਾ ਕਰਾਉਣ ਵਾਲਾ, ਉਹ ਸਾਡੇ ਘਰ ਦੇ ਵਿੱਚ ਪੁੱਤਰ ਦਾ ਰੂਪ ਧਾਰ ਕੇ ਆਵੇ, ਉਹ ਸਾਡਾ ਪੁੱਤਰ ਹੋਵੇ ਪ੍ਰਮਾਤਮਾ। ਅਤੇ ਜਿਹੜਾ ਜਿਹਦੇ ਵਿੱਚ ਗਿਆਨ ਟਿਕਿਆ ਹੋਇਆ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਗਿਆਨ ਸਰੂਪ ਹੈ। ਐਵੇਂ ਦਿਲ ਦੇ ਅੰਦਰ ਬਹੁਤ ਜਿਹੜਾ ਤਰ੍ਹਾਂ ਤਰ੍ਹਾਂ ਦੇ ਫੁਰਨੇ ਸਾਧ ਸੰਗਤ ਜੀ ਕਰਦੇ ਸਨ। ਤੇ ਪਿਛਲੇ ਜਨਮ ਦੀ ਖੇਡ ਚੱਲਦੀ ਹੈ ਤੇ ਬੇਨਤੀ ਕਰਦੇ ਸਨ ਸਾਧ ਸੰਗਤ ਜੀ, ਬਾਬਾ ਮਹਿਤਾ ਕਾਲੂ ਜੀ ਪਿਛਲੇ ਜਨਮਾਂ ਵਿੱਚ ਵਾਹਿਗੁਰੂ ਜੀਓ, ਮੈਂ ਸੁਣਿਆ ਵੀ ਤੁਸੀਂ ਭਗਤਾਂ ਦੇ ਅਧੀਨ ਹੁੰਦੇ ਹੋ। ਹਾਂਜੀ, ਅਤੇ ਮੈਂ ਸੁਣਿਆ ਵੀ ਤੁਸੀਂ ਥੋੜ੍ਹੇ ਜਿਹੇ ਗੁਣ ਵੇਖ ਕੇ ਰਿੱਝ ਜਾਂਦੇ ਹੋ, ਖੁਸ਼ ਹੋ ਜਾਂਦੇ ਹੋ, ਵੀ ਥੋੜ੍ਹਾ ਜਿਹਾ ਗੁਣ ਵੇਖਿਆ ਉਸੇ ਵੇਲੇ ਪ੍ਰਸੰਨ ਹੋ ਜਾਂਦੇ ਹੋ। ਜੇਕਰ ਤੁਸੀਂ ਮੈਨੂੰ ਜਾਣੋ ਕਿ ਮੈਂ ਗਰੀਬ ਹਾਂ ਅਤੇ ਮੇਰੇ ਵਿੱਚ ਕੋਈ ਵੀ ਚੰਗਾ ਗੁਣ ਨਹੀਂ ਹੈ, ਮੈਂ ਸ਼ੁਭ ਕਰਮਾਂ ਤੋਂ ਹੀਣਾ ਹਾਂ, ਤਾਂ ਫਿਰ ਆਪ ਜੀ ਸੂਕਰੀ ਦਾ ਅਰਥ ਹੈ ਸੂਰੀ, ਸੂਰੀ ਦੇ ਘਰ ਦੇ ਵਿੱਚ ਵੀ ਪੈਦਾ ਹੋਏ ਹੋ। ਸਾਰ ਸੰਗਤ ਜੀ ਹੋ, ਹੋਇਆ ਕੀ ਸੀ? ਸੂਰ ਜਾਤੀ ਦੇ ਵਿੱਚ ਕਿਵੇਂ ਆਪਣਾ ਵਿਸ਼ਨੂੰ ਜੀ ਆਏ ਸਨ, ਬਰਾਹ ਅਵਤਾਰ ਧਾਰਨਾ ਕੀਤਾ ਸੀ। ਕਹਿੰਦੇ ਹਰਨਾਕਸ਼ ਦਾ ਭਰਾ ਸੀ ਹਿਰਨਕਸ਼ਪ। ਹਿਰਨਕਸ਼ਪ ਨੇ ਕੀ ਕੀਤਾ? ਜਿਹੜੀ ਕਸ਼ਮੀਰ ਦੀ ਧਰਤੀ ਸੀ ਨਾ, ਇਹਨੂੰ ਸਾਰ ਸੰਗਤ ਦੀ ਪਤਾਲ ਲੋਕ ਦੇ ਵਿੱਚ ਲੈ ਗਿਆ, ਖਿੱਚ ਕੇ ਪਤਾਲ ਲੋਕ ਦੇ ਵਿੱਚ ਜਦੋਂ ਲੈ ਕੇ ਗਿਆ ਅਤੇ ਆਲੇ ਦੁਆਲੇ ਸਾਰ ਸੰਗਤ ਦੀ ਰੂੜੀਆਂ ਲਾ ਦਿੱਤੀਆਂ, ਗੰਦ ਖਿਲਾਰ ਦਿੱਤਾ ਵੀ ਇੱਥੇ ਦੇਵੀ ਦੇਵਤਾ ਕੋਈ ਆ ਨਹੀਂ ਸਕੇਗਾ। ਕਾਰਨ ਕੀ? ਕਿਉਂਕਿ ਅਪਵਿੱਤਰਤਾ ਹੈ। ਜੇਕਰ ਪਵਿੱਤਰ ਰੂਹ ਨੇ ਆਉਣਾ ਕੋਈ ਤਾਂ ਥਾਂ ਪਵਿੱਤਰ ਚਾਹੀਦਾ ਹੈ। ਤਾਂ ਉਸ ਵੇਲੇ ਸਾਰ ਸੰਗਤ ਜੀ ਵਿਸ਼ਨੂੰ ਜੀ ਨੇ ਕੀ ਕੀਤਾ? ਆਪਣਾ ਸੂਰੀ ਦਾ ਵਾਹਿਗੁਰੂ ਸੂਰਾਂ ਦੀ ਅੰਸ਼ਬਾਂ ਦੇ ਵਿੱਚ ਬਰਾਹ ਅਵਤਾਰ ਧਾਰਨਾ ਕੀਤਾ। ਮਹਾਰਾਜ ਸਾਹਿਬ ਜੀ ਨੇ ਬਾਣੀ ਅੰਦਰ ਭੱਟਾਂ ਦੀ ਰਸਨਾ ਦੁਆਰਾ ਬਚਨ ਕੀਤਾ, ਮੱਛ ਕੱਛ ਹੋਆ ਬਰਾਹ ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਸਾਧ ਸੰਗਤ ਜੀ ਐਵੇਂ ਇਹ ਧਾਰਨਾ ਕੀਤਾ ਸੀ, ਭਜੇ ਸੂਕਰੀ ਸਫਰੀ ਮਾਹੀ। ਫਿਰ ਆਖਿਆ ਜੀ ਤੁਸੀਂ ਜੇਕਰ ਆਪਾਂ ਦੇਖਿਆ ਜਾਵੇ, ਤੁਸੀਂ ਮੱਛੀ ਦੀ ਜਾਤੀ ਵਿੱਚ ਵੀ ਹੋਏ ਹੋ। ਸੰਕਾਸੁਰ ਮਾਰੇ ਵੇਦ ਉਧਾਰੇ। ਸਾਧ ਸੰਗਤ ਜੀ ਸੰਕਾਸੁਰ ਨਾਮ ਦਾ ਇੱਕ ਦੈਤ ਸੀ, ਉਹਨੇ ਕੀ ਕੀਤਾ? ਚਾਰੇ ਦੇ ਚਾਰੇ ਜਿਹੜੇ ਵੇਦ ਸਨ ਇਹਨਾਂ ਨੂੰ ਅਲੋਪ ਕਰ ਦਿੱਤਾ, ਗੁਪਤ ਕਰਕੇ ਸਮੁੰਦਰ ਵਿੱਚ ਲੈ ਗਿਆ। ਉਸ ਵੇਲੇ ਸਾਰ ਸੰਗਤ ਜੀ ਵਿਸ਼ਨੂੰ ਜੀ ਨੇ ਫਿਰ ਮੱਛ ਅਵਤਾਰ ਧਾਰਨਾ ਕੀਤਾ ਸੀ। ਉਧਰ ਜੰਗ ਕਰਕੇ ਸਾਰ ਸੰਗਤ ਜਿਹੜੇ ਚਾਰੇ ਦੇ ਚਾਰੇ ਜਿਹੜੇ ਵੇਦ ਸਨ, ਕਹਿੰਦੇ ਸਮੁੰਦਰ ਦੇ ਵਿੱਚੋਂ ਬਾਹਰ ਲਿਆਂਦੇ ਸਨ ਕੱਢ ਕੇ। ਸੋ ਇਸ ਤਰੀਕੇ ਦੇ ਨਾਲ ਆਖਿਆ ਪਰਮੇਸ਼ਰ ਜੀ, ਉਹ ਭਏ ਸੂਕਰੀ ਸਫਰੀ ਮਾਹੀ। ਆਪ ਜੀ ਸੂਰੀ ਦੇ ਆਪਣਾ ਉਦਰ ਤੋਂ ਵੀ ਹੋਏ, ਫਿਰ ਇਸੇ ਤਰੀਕੇ ਦੇ ਨਾਲ ਫਿਰ ਮੱਛ ਅਵਤਾਰ ਵੀ ਧਾਰਨਾ ਕੀਤਾ। ਤੇ ਕਾਮਠੀ ਕਹਿੰਦੇ ਨੇ ਕੱਛੂ ਕੁੰਮੇ ਦੇ ਤਾਈਂ ਜਾਂ ਕੱਛੂ ਕੁੰਮੀ ਨੂੰ। ਤੇ ਆਖਿਆ ਪਰਮੇਸ਼ਰ ਜੀ, ਉਹ ਜੇਕਰ ਵੇਖਿਆ ਜਾਵੇ ਤੇ ਤੁਸੀਂ ਤਾਂ ਥੋੜ੍ਹੇ ਜਿਹੇ ਗੁਣ ਵੇਖ ਕੇ ਰੀਝ ਜਾਂਦੇ ਹੋ। ਜੇ ਮੈਨੂੰ ਕਹੋ ਤੁਸੀਂ ਵੀ ਤੇਰੇ ਵਿੱਚ ਤਾਂ ਗੁਣ ਕੋਈ ਨਹੀਂ, ਤੂੰ ਤਾਂ ਸਭ ਗੁਣਾਂ ਤੋਂ ਹੀਣਾ ਹੈ, ਗਰੀਬ ਆ, ਸਭ ਗੁਣਾਂ ਵਾਲੇ ਪਾਸੇ ਹੋ। ਤਾਂ ਮੈਂ ਜਾਣਦਾ ਹਾਂ ਵੀ ਕਮਠੀ ਆਦਿਕ ਬਿਮਤ ਕੁਜਾਤੀ, ਹੋਰ ਹੀ ਮਤ ਬੁੱਧੀ ਤੋਂ ਬਿਨਾਂ ਜਿਹੜੀ ਕਿ ਮਾਨਸ ਜਾਤ ਵਿੱਚ ਵੀ ਨਹੀਂ ਸੀ। ਆਪ ਜੀ ਨੇ ਕੱਛ ਅਵਤਾਰ ਵੀ ਧਾਰਨਾ ਕੀਤਾ, ਜਿਸ ਵਕਤ ਸਾਰ ਸੰਗਤ ਜੀਓ ਆਪਣਾ ਵਿੰਧਿਆਚਲ ਪਰਬਤ ਦੇ ਤਾਈ ਸਮੁੰਦਰ ਦੇ ਵਿੱਚ ਪਾ ਕੇ ਸ਼ੇਸ਼ਨਾਗ ਦਾ ਨੇਤਰਾ ਪਾ ਕੇ ਇੱਕ ਪਾਸੇ ਦੈਂਤਾਂ ਨੇ ਇੱਕ ਪਾਸੇ ਦੇਵਤਿਆਂ ਨੇ ਜ਼ੋਰ ਮਾਰ ਕੇ ਸਾਰ ਸੰਗਤ ਜੀ ਸਮੁੰਦਰ ਨੂੰ ਰੜਕਣਾ ਕੀਤਾ ਸੀ ਨਾ 14 ਰਤਨ ਕੱਢਣ ਦੇ ਵਾਸਤੇ। ਉਸ ਵਕਤ ਆਪਣਾ ਵਿਸ਼ਨੂੰ ਜੀ ਨੇ ਕੱਛ ਅਵਤਾਰ ਧਾਰਨਾ ਕੀਤਾ, ਨੇਹੀ ਦਾ ਸਾਰ ਸੰਗਤ ਜੀ ਕੰਮ ਕਰਨਾ ਕੀਤਾ।
ਸਮੁੰਦਰ ਦੇ ਵਿੱਚ 14 ਰਤਨ ਨਿਕਲਦੇ ਨਹੀਂ ਸਨ। ਆਪਣੀ ਪਿੱਠ ਲਾ ਕੇ ਸਾਰ ਸੰਤ ਜੀ ਕੱਛੂ ਕੁੰਮੇ ਦੇ ਰੂਪ ਦੇ ਵਿੱਚ ਤਾਨੂੰ ਚੱਕਣਾ ਕੀਤਾ। ਤੇ ਫਿਰ ਜਿੰਨੇ ਵੀ ਸਾਰ ਸੰਤ ਜੀ ਉਹ ਰਤਨ ਸਨ 14 ਦੇ 14, ਜੇ ਮੱਖਣ ਉੱਤੇ ਨਿੱਤਰ ਕੇ ਆ ਜਾਂਦਾ, ਐਵੇਂ ਸਮੁੰਦਰ ਦੇ 14 ਦੇ 14 ਜਿਹੜੇ ਰਤਨ ਸਨ ਨਿੱਤਰ ਕੇ ਆਏ ਸਨ। ਸੋ ਆਖਿਆ ਪਰਮੇਸ਼ਰ ਜੀ ਉਹ ਜੇ ਦੇਖਿਆ ਜਾਵੇ ਆਪ ਜੀ ਕੱਛ ਅਵਤਾਰ ਦੇ ਵਿੱਚ ਆਏ ਸੋ ਤਿੰਨ ਕੇ ਜਨਮ ਲੀਨ ਜਗ ਖਿਆਤੀ। ਆਪ ਜੀ ਨੇ ਸੰਸਾਰ ਦੇ ਅੰਦਰ ਪ੍ਰਗਟ ਹੀ ਉਹਨਾਂ ਦੇ ਜਨਮ ਲੈਣਾ ਕੀਤਾ ਸੀ। ਪ੍ਰੇਮ ਡੋਰ ਸੋ ਕਰੇ ਅਕਰਣੀ। ਅਸੀਂ ਜਾਣਦੇ ਆ ਜਿੱਥੇ ਪ੍ਰੇਮ ਦੀ ਡੋਰ ਵੱਜੀ ਹੋਵੇ ਨਾ ਉੱਥੇ ਨਾ ਕੰਮ ਕਰਨ ਵਾਲਾ ਉਹ ਵੀ ਕਰ ਦਿੰਦੇ ਹੋ। ਕੀਰਤ ਬਿਮਲ ਵੇਦ ਇਮ ਵਰਣੀ। ਐਵੇਂ ਜਿਹੜੇ ਧਾਰਮਿਕ ਗ੍ਰੰਥ ਨੇ, 4 ਵੇਦ ਨੇ ਜਾਂ ਹੋਰ ਜਿਹੜੇ ਧਾਰਮਿਕ ਸ਼ਾਸਤਰ ਗ੍ਰੰਥ ਨੇ, ਉਹਨਾਂ ਨੇ ਤੁਹਾਡੀ ਉਜਲੀ ਕੀਰਤੀ ਵਡਿਆਈ ਕਥਨ ਕੀਤੀ ਹੈ। ਜਿਵੇਂ ਕਸ਼ਯਪ ਰਿਖੀ ਜਿਹੜਾ ਸੀ ਉਹਦੇ ਘਰ ਦੇ ਅੰਦਰ ਉਦਿਤੀ ਦੇ ਉਦਰ ਤੋਂ ਉਪਜਤ ਭਏ ਉਪਿੰਦਰ ਨਮః। ਤੇ ਉਪਜਤ ਭਏ ਆਪ ਜੀ ਪੈਦਾ ਹੋਏ। ਸੋ ਰਿਖੀ ਦਾ ਨਾਮ ਸੀ ਸਾਰ ਸੰਤ ਜੀ ਤੇ ਅਦਿਤੀ ਉਹਦੀ ਘਰ ਵਾਲੀ ਸੀ। ਕਸ਼ਯਪ ਰਿਖੀ ਸੀ ਤੇ ਅਦਿਤੀ ਉਹਦੀ ਘਰ ਵਾਲੀ ਦਾ ਨਾਮ ਸੀ। ਉਹਦੇ ਘਰ ਦੇ ਅੰਦਰ 52 ਰੂਪ ਹੋ ਕਰਕੇ ਨਾ ਪਰਮੇਸ਼ਰ ਜੀ ਨੇ ਅਵਤਾਰ ਧਾਰਨਾ ਕੀਤਾ ਸੀ। ਅਸ ਆਸਾ ਤਰ ਅਸ ਵਿਨਾਸੇ। ਦੈਂਤਾਂ ਨੇ ਤਾਂ ਹੀ ਖਤਮ ਕਰਨਾ ਕੀਤਾ। ਉਹਨਾਂ ਦੇ ਸਪੁੱਤਰ ਸਨ ਬਾਬਾ ਮਹਿਤਾ ਕਾਲੂ ਜੀ, ਧੰਨ ਬਾਬਾ ਕਲਿਆਣ ਚੰਦ ਜੀ। ਪਾਨ ਗ੍ਰਹਿਣ ਕਿਆ ਕੀਰਤ ਧਮੋ। ਤੇ ਕੀਰਤੀ ਦਾ ਘਰ ਧੰਨ ਬਾਬਾ ਕਲਿਆਣ ਚੰਦ ਜੀ ਦਾ ਸਾਰ ਸੰਤ ਦੀ ਪਾਨ ਗ੍ਰਹਿਣ ਤੋਂ ਭਾਵ ਹੁੰਦਾ ਵੀ ਵਿਆਹ ਕਰ ਦਿੱਤਾ। ਕਿਆ ਪਤਵੰਤਾ ਗੁਣ ਨਿਦਸੋ। ਤੇ ਉਹਨਾਂ ਦੀ ਜਿਹੜੀ ਧਰਮ ਸੁਪਤਨੀ ਸੀ ਬਹੁਤ ਜਰਾ ਪਤੀਵ੍ਰਤਾ ਧਰਮ ਦੇ ਵਿੱਚ ਪਰਪੱਕ ਸੀ। ਧੰਨ ਮਾਤਾ ਤ੍ਰਿਪਤਾ ਜੀ ਤੇ ਗੁਣਾਂ ਦੇ ਖਜ਼ਾਨੇ ਸਨ। ਤੈ ਸੁਸ਼ੀਲਤਾ ਕਹਿ ਸਕ ਕੋ। ਉਹਨਾਂ ਦਾ ਜਿਹੜਾ ਨਰਮ ਸੁਭਾਅ ਹੈ ਉਹਨੂੰ ਦੱਸੋ ਕੌਣ ਕਹਿ ਸਕਦਾ, ਕੋਈ ਨਹੀਂ ਕਹਿ ਸਕਦਾ, ਕਥਨ ਕਰ ਸਕਦੇ ਵੀ ਉਹਨਾਂ ਠਰਮੇ ਵਾਲਾ ਨਿੱਘਾ ਸੁਭਾਅ ਸੀ ਮਾਤਾ ਜੀ ਦਾ। ਸਾਧ ਵੀ ਪਾਏ ਕਲ ਬਹੁ ਕਾਲੋ। ਧੰਨ ਬਾਬਾ ਮਹਿਤਾ ਕਾਲੂ ਜੀ ਦੇ ਧਰਮ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਖਾਸ ਤਪੱਸਿਆ ਕੀਤੀ ਸੀ ਕਠਨ ਤੋਂ ਕਠਨ ਭਾਰੀ। ਐਵੇਂ ਦੋਵਾਂ ਜਣਿਆਂ ਨੂੰ ਲੰਮਾ ਸਮਾਂ ਬਤੀਤ ਹੋ ਗਿਆ ਤਪੱਸਿਆ ਕਰਦਿਆਂ। ਜਿਨ੍ਹਾਂ ਦੇ ਮਨ ਦੀ ਪ੍ਰੀਤੀ ਆ ਵਾਹਿਗੁਰੂ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ। ਸਾਰ ਸੰਤ ਜੀ ਰਾਏ ਬੁਲਾਰ ਜੀ ਰਹਿੰਦੇ ਸਨ ਰਾਏ ਭੋਏ ਦੀ ਤਲਵੰਡੀ ਦੇ ਵਿੱਚ। ਉਹਨਾਂ ਦਾ ਸਾਰ ਸੰਤ ਜੀ ਬਾਬਾ ਮਹਿਤਾ ਕਾਲੂ ਜੀ ਦੇ ਨਾਲ ਨਾ ਆਪਣਾ ਵੱਡੇ ਭਰਾਵਾਂ ਵਾਂਗੂ ਪਿਆਰ ਸੀ। ਸਾਰ ਸੰਤ ਜੀ ਉਹ ਭਰਾਵਾਂ ਵਾਂਗੂ ਪਿਆਰ ਸੀ ਬਾਬਾ ਮਹਿਤਾ ਕਾਲੂ ਜੀ ਦੇ ਨਾਲ। ਸਾਰ ਸੰਤ ਜੀ ਉਹ ਸੰਮਤ 1771 ਬਿਕਰਮੀ ਨੂੰ ਭੱਟੀਆਂ ਪਿੰਡ ਵਾਲੇ ਜਿਹੜੇ ਭੱਟੀ ਰਾਜਪੂਤ ਹੋਏ ਨੇ ਉਹ ਰਾਜਪੂਤ ਭੋਏ ਮੁਸਲਮਾਨ ਹੋ ਕੇ ਵਾਹਿਗੁਰੂ ਉਹ ਰਾਜਪੂਤ ਭੋਇਆਂ ਨੇ ਮੁਸਲਮਾਨ ਹੋ ਕੇ ਰਾਏ ਪਦਵੀ ਪ੍ਰਾਪਤ ਕਰਨਾ ਕੀਤੀ। ਤੇ 10 ਪਿੰਡ ਉਹਨਾਂ ਨੇ ਪਰਗਣੇ ਸ਼ੁਗਰਪੁਰ ਜਗੀਰ ਪਾਈ। 1786 ਸੰਮਤ ਬਿਕਰਮੀ ਨੂੰ ਆਪਣੇ ਨਾਂ ਦੇ ਉੱਤੇ ਤਲਵੰਡੀ ਪਿੰਡ ਸਾਰ ਸੰਤ ਦੀ ਆਪਣੀ ਜਗੀਰ ਦੇ ਵਿੱਚ ਆਪਣੀ ਜ਼ਮੀਨ ਜਾਇਦਾਦ ਦੇ ਵਿੱਚ ਵਸਾ ਕੇ ਉੱਥੇ ਉਹਨਾਂ ਨੇ ਆਪਣੇ ਘਰ ਬਣਾ ਲਏ। ਤੇ ਸਾਰ ਸੰਤ ਜੀ ਉਹ ਇਹ ਜਿਹੜੇ ਭੱਟੀ ਰਾਜਪੂਤ ਹੋਏ ਨੇ ਉਹਨਾਂ ਨੇ ਸਾਰ ਸੰਤ ਜਿਹੜਾ ਆਪਣੇ ਘਰ-ਬਾਰ ਉੱਥੇ ਬਣਾ ਲਏ। ਉਸ ਤੋਂ ਅੱਗੇ ਕੀ ਹੋਇਆ ਵੀ ਗੋਡੇ ਪਿੰਡ ਦੇ ਰਹਿਣ ਵਾਲੇ ਬਾਬਾ ਰਾਮ ਨਾਰਾਇਣ ਜੀ ਦੇ ਬੇਟੇ ਧੰਨ ਬਾਬਾ ਸ਼ਿਵਰਾਮ ਬੇਦੀ ਜੀ ਨੂੰ ਸਾਰ ਸੰਤ ਜੀ ਜੋ ਕਿ ਭੋਏ ਦੀ ਜਗੀਰ ਦਾ ਕਾਰਦਾਰ ਸੀ ਤੇ ਭੋਏ ਨੇ ਆਪਣੇ ਪਾਸ ਤਲਵੰਡੀ ਦੇ ਵਿੱਚ ਹੀ ਵਸਾ ਲਿਆ ਵੀ ਇਹ ਮੇਰੀ ਜ਼ਮੀਨ ਜਾਇਦਾਦ ਨੂੰ ਸਾਂਭਣ ਵਾਲਾ ਤੇ ਆਪਣੇ ਕੋਲ ਹੀ ਰੱਖ ਲਿਆ। 1497 ਨੂੰ ਮਾਤਾ ਬਨਾਰਸੀ ਜੀ ਦੇ ਉਦਰ ਤੋਂ ਅਤੇ ਧੰਨ ਬਾਬਾ ਸ਼ਿਵਰਾਮ ਜੀ ਦੇ ਘਰ ਦੇ ਵਿੱਚ ਬਾਬਾ ਕਲਿਆਣ ਚੰਦ ਜੀ ਸਾਰ ਸੰਤ ਜੀ ਪੁੱਤਰ ਹੋਏ। ਅਤੇ 1501 ਬਿਕਰਮੀ ਨੂੰ ਬਾਬਾ ਲਾਲ ਚੰਦ ਜੀ ਸਾਰ ਸੰਤ ਜੀ ਦੂਸਰੇ ਸਪੁੱਤਰ ਪੈਦਾ ਹੋਏ ਜਿਨ੍ਹਾਂ ਨੂੰ ਲੋਕ ਪਿਆਰ ਨਾਲ ਬਾਬਾ ਵਾਹਿਗੁਰੂ ਬਾਬਾ ਲਾਲੂ ਜੀ ਕਹਿੰਦੇ ਸਨ।
ਸੰਮਤ 1518 ਨੂੰ ਰਾਏ ਭੋਏ ਦੀ ਮੌਤ ਤੋਂ ਬਾਅਦ ਦੇ ਵਿੱਚ ਉਹਦੇ ਬੇਟੇ ਰਾਏ ਬੁਲਾਰ ਨੇ ਬਾਬਾ ਕਲਿਆਣ ਚੰਦ ਜੀ ਨੂੰ ਆਪਣੇ ਇਲਾਕੇ ਦਾ ਜਗੀਰ ਦੇ ਪਟਵਾਰੀ ਬਣਾ ਲਿਆ। ਸੋ ਸਾਰ ਸੰਗਤ ਜੀਓ, ਐਵੇਂ ਜਿੰਨਾ ਵੀ ਆਪਣਾ ਇਲਾਕਾ ਸੀ ਨਾ ਆਪਣਾ ਰਾਏ ਬੁਲਾਰ ਦਾ, ਜਿੰਨੀ ਉਹਦੇ ਕੋਲ ਜਗੀਰ ਸੀ, ਜ਼ਮੀਨ ਜਾਇਦਾਦ ਸੀ, ਸਾਰੀ ਦਾ ਧਿਆਨ ਰੱਖਣ ਵਾਲੇ ਬਾਬਾ ਮਹਿਤਾ ਕਾਲੂ ਜੀ ਸਨ, ਪਟਵਾਰੀ ਸਨ ਉਹ ਉਸ ਇਲਾਕੇ ਦੇ। ਤੋ ਸਾਰ ਸੰਗਤ ਜੀ ਇਹ ਸੀ ਤਲਵੰਡੀ ਨਗਰ ਨੂੰ ਵਸਾਉਣ ਦੀ ਕਥਾ। ਇਹਨਾਂ ਦਾ ਬਜ਼ੁਰਗ ਹੋਇਆ ਸੀ ਰਾਏ ਭੋਏ, ਤੇ ਉਹਦੇ ਤੋਂ ਹੀ ਸਾਰ ਸੰਗਤ ਜੀ ਨਗਰ ਵਸਿਆ ਸੀ। ਰਾਏ ਭੋਏ ਦੀ ਤਲਵੰਡੀ ਉਹਨੇ ਵਸਾਇਆ ਸੀ। ਸੋ ਸਾਰ ਸੰਗਤ ਜੀ ਇਹ ਕਥਾ ਹੈ ਰਾਏ ਭੋਏ ਦੀ ਤਲਵੰਡੀ ਵਸਾਉਣ ਦੇ, ਨਗਰ ਵਸਣ ਦੇ। ਗ੍ਰਾਮ ਕੋ ਸੋ ਅਧਿਕਾਰੀ, ਤੇ ਜਿੰਨੇ ਪਿੰਡਾਂ ਦੇ ਉਹ ਹੱਕਦਾਰ ਸਨ, 10 ਪਿੰਡਾਂ ਦਾ ਪਰਗਣਾ ਸੀ, ਉਹਨਾਂ ਕੋਲੇ ਪਟਾ ਸੀ। ਤੇ ਸਾਰੇ ਦੇ ਸਾਰੇ ਇਲਾਕੇ ਦੀ ਪਟਵਾਰੀ ਵਾਲਾ ਜਿਹੜਾ ਕੰਮਕਾਰ ਸੀ ਨਾ, ਉਹਨਾਂ ਦੇ ਤਾਈਂ ਦੇਣਾ ਕੀਤਾ ਬਾਬਾ ਮਹਿਤਾ ਕਾਲੂ ਜੀ ਦੇ ਤਾਈਂ। ਇਹ ਤਰੀਕੇ ਦੇ ਨਾਲ ਅਨੇਕਾਂ ਤਰ੍ਹਾਂ ਦੇ ਜਿਹੜੇ ਕੌਤਕ ਸਨ ਜਾਂ ਅਨੇਕਾਂ ਤਰ੍ਹਾਂ ਦੇ ਬਿਲਾਸ ਜਿਹੜੇ ਆਨੰਦ ਸਨ, ਉਹਨਾਂ ਨੂੰ ਭੋਗਦੇ ਹੋਏ ਦੰਪਤ ਔਰ ਧਰਹੀ ਸੁਤ ਆਸਾ, ਦੋਵੇਂ ਜਿਹੜੇ ਪਤੀ ਪਤਨੀ ਸਾਰ ਸੰਗਤ ਦੀ ਦਿਲ ਦੇ ਅੰਦਰ ਪੁੱਤਰ ਦੀ ਇੱਛਾ ਰੱਖਦੇ ਸਨ। ਤੇ ਸਾਰ ਸੰਗਤ ਜੀ ਉਹ ਧੰਨ ਮਾਤਾ ਤ੍ਰਿਪਤਾ ਜੀ ਦੇ ਤਾਈ ਉਸ ਵੇਲੇ ਸਾਰ ਸੰਗਤ ਜੀ ਉਹ ਗਰਭ ਅਵਸਥਾ ਹੋਈ, ਪਰਮੇਸ਼ਰ ਜੀ ਨੇ ਕਿਰਪਾ ਕੀਤੀ। ਤੇ ਘਰ ਦੇ ਅੰਦਰ ਪੁੱਤਰੀ ਪੈਦਾ ਹੋਈ, ਜਿਹੜੀ ਕਿ ਬਹੁਤ ਜਿਹੜਾ ਸ੍ਰੇਸ਼ਟ ਮਤ ਵਾਲੀ ਸੀ ਤੇ ਸਿਆਣੀ ਸੀ, ਚਤੁਰ ਸੀ। ਸਾਰ ਸੰਗਤ ਜੀ ਕਵੀ ਜੀ ਨਾ ਇੱਕ ਦ੍ਰਿਸ਼ਟਾਂਤ ਦਿੰਦੇ ਨੇ, ਮਿਸਾਲ ਦਿੰਦੇ ਨੇ, ਖਿਆਲ ਰੱਖਣਾ ਪਿਆਰਿਓ। ਜਿਹੜਾ ਦ੍ਰਿਸ਼ਟਾਂਤ ਹੁੰਦਾ ਨਾ ਹਮੇਸ਼ਾ ਵਾਸਤੇ ਉਹਦਾ ਇੱਕ ਪੱਖ ਹੀ ਲਿਆ ਜਾਂਦਾ ਹੁੰਦਾ, ਦੋ ਪੱਖ ਨਹੀਂ ਲਏ ਜਾਂਦੇ ਗੇ। ਆਪਾਂ ਜਿਵੇਂ ਕਹਿ ਦਿੰਦੇ ਆ ਕਿ ਗੁਰੂ ਮਹਾਰਾਜ ਜਿਹੜਾ ਮੁਖੜਾ ਜਿਹੜਾ ਚੰਦ ਵਰਗਾ, ਹਾਂਜੀ, ਤੇ ਹੁਣ ਚੰਦਰਮਾ ਵਰਗਾ ਮੁਖੜਾ ਉਹਦੀ ਸੁੰਦਰਤਾ ਹੈ। ਤੇ ਜਿਹਨੂੰ ਆਪਾਂ ਕਹਿੰਦੇ ਗੁਰੂ ਮਹਾਰਾਜ ਸਾਹਿਬ ਜਿਹੜਾ ਮੁਖੜਾ ਇੰਨਾ ਸੋਹਣਾ ਹੈ ਵੀ ਚੰਦਰਮਾ ਵਰਗਾ ਹੈ। ਹੁਣ ਜੇ ਆਪਾਂ ਆਖੀਏ ਵੀ ਇੰਨ ਬਿੰਨ ਚੰਦਰਮਾ ਵਰਗਾ ਹੀ ਹੈ, ਤਾਂ ਸਾਰ ਸੰਗਤ ਜੀ ਚੰਦਰਮਾ ਵਿੱਚ ਤਾਂ ਕਲੰਕ ਵੀ ਹੈ, ਚੰਦਰਮਾ ਵਿੱਚ ਤਾਂ ਦਾਗ ਵੀ ਹੈਗੇ ਨੇ। ਸੋ ਇਸ ਕਰਕੇ ਇਹ ਗੱਲ ਨਹੀਂ ਹੁੰਦੀ, ਸਿਰਫ ਇੱਕ ਹੀ ਗੁਣ ਲਿਆ ਜਾਂਦਾ ਹੈ ਸਾਰ ਸੰਗਤ ਜੀ ਉਹ। ਬਾਕੀ ਖਾਲਸਾ ਗੁਣਗਰਾਹੀ ਹੈ। ਆਪਾਂ ਕਹਿੰਦੇ ਮਹਾਰਾਜ ਸਾਹਿਬ ਜੀ ਨੇ ਇੰਨਾ ਤੇਜ ਪ੍ਰਤਾਪ ਹੈ ਵੀ ਜਿਵੇਂ ਸੂਰਜ ਦਾ ਤੇਜ ਪ੍ਰਤਾਪ ਹੁੰਦਾ। ਹੁਣ ਸੂਰਜ ਦਾ ਤੇਜ ਪ੍ਰਤਾਪ ਠੀਕ ਹੈ, ਬਹੁਤ ਜ਼ਿਆਦਾ ਹੁੰਦਾ, ਆਪਾਂ ਉਹਦੇ ਲਈ ਵੇਖ ਨਹੀਂ ਸਕਦੇ, ਤੱਕ ਨਹੀਂ ਸਕਦੇ ਗੇ, ਪਰ ਉਹਦੇ ਵਿੱਚ ਇੱਕ ਔਗਣ ਵੀ ਹੈ, ਉਹਦੇ ਗਰਮੈਸ਼ ਬਹੁਤ ਜ਼ਿਆਦਾ ਹੈ। ਪਰ ਮਹਾਰਾਜ ਜੀ ਦੇ ਤਾਂ ਮੁਖੜੇ ਵੱਲ ਵੇਖਿਆ ਵੀ ਜਾਂ ਦਰਸ਼ਨ ਵੀ ਕੀਤੇ ਜਾਂਦੇ ਆ, ਆਨੰਦ ਵੀ ਆਉਂਦਾ। ਸੋ ਸਾਰ ਸੰਗਤ ਜੀ ਕਹਿਣ ਤੋਂ ਭਾਵ ਕੀ ਹੈ ਵੀ ਦ੍ਰਿਸ਼ਟਾਂਤ ਜਿਹੜਾ ਹੁੰਦਾ ਨਾ, ਜਿਹੜੀ ਮਿਸਾਲ ਹੁੰਦੀ ਹੈ ਉਹਦਾ ਇੱਕ ਹੀ ਪੱਖ ਲਿਆ ਜਾਂਦਾ ਹੁੰਦਾ। ਸੋ ਇੱਥੇ ਸਾਰ ਸੰਗਤ ਜੀ ਉਹ ਇੱਥੇ ਮਿਸਾਲ ਦਿੰਦੇ ਨੇ ਕਵੀ ਜੀ, ਕਹਿੰਦੇ ਹਿਮ ਗੇਰ ਮੈਨਾ ਕੇ ਘਰ ਮਾਈ। ਜਿਵੇਂ ਕਹ ਲਓ ਹਿਮਾਲਿਆ ਜਿਹੜਾ ਪਹਾੜ ਸੀ ਨਾ, ਉਹਦੀ ਘਰ ਵਾਲੀ ਮੈਨਾ ਜਿਹੜੀ ਸੀ ਉਹਨਾਂ ਦੇ ਘਰ ਦੇ ਵਿੱਚ ਜਿਵੇਂ ਪਾਰਵਤੀ ਨੇ ਜਨਮ ਲੈਣਾ ਕੀਤਾ ਸੀ। ਇਸੇ ਤਰੀਕੇ ਦੇ ਨਾਲ ਸਾਧ ਸੰਤ ਜੀਓ ਕਹਿੰਦੇ ਨਰਮ ਸੁਭਾਅ ਵਾਲੇ ਸਾਰੇ ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਭੈਣ ਜੀ ਜਿਹੜੇ ਸਨ, ਉਹਨਾਂ ਦਾ ਜਨਮ ਹੋਇਆ। ਮੰਨ ਲੈਣਾ ਕਰੋ ਵੀ ਜਿਹੜੀ ਭਗਤੀ ਸੀ ਨਾ, ਉਹਨੇ ਸਾਧ ਸੰਤ ਜੀ ਆਪਣਾ ਬਹੁਤ ਜਿਹੜਾ ਸੋਹਣਾ ਸਰੀਰ ਜਿਹੜਾ ਸੀ ਧਾਰ ਕੇ ਆਉਣਾ ਕੀਤਾ। ਤੇ ਸਾਰ ਸੰਤ ਜੀ ਉਹ ਬਾਬਾ ਮਹਿਤਾ ਕਾਲੂ ਜੀ ਜਿਹੜੇ ਸਨ, ਉਹਨਾਂ ਦੀ ਸਾਰ ਸੰਤ ਦੀ ਸੁਪੁੱਤਰੀ ਜੀ ਦਾ ਨਾਮ ਸਾਰ ਸੰਤ ਜੀ ਨਾਨਕੀ ਰੱਖਣਾ ਕੀਤਾ ਸੀ। ਕਾਰਨ ਕੀ ਸੀ ਨਾਨਕੀ ਰੱਖਣ ਦਾ, ਨਾਮ ਰੱਖਣ ਦਾ? ਸਾਰ ਸੰਤ ਦੀ ਬੀਬੀ ਨਾਨਕੀ ਨਾਨਕਿਆਂ ਨੂੰ ਬਹੁਤ ਪਿਆਰੀ ਸੀ ਤੇ ਜਨਮ ਵੀ ਉਹਨਾਂ ਦਾ ਨਾਨਕੇ ਘਰ ਦੇ ਵਿੱਚ ਹੀ ਹੋਇਆ। ਲਾਹੌਰ ਦੇ ਸਾਰ ਸੰਤ ਜੀ ਤੋਪਖਾਨੇ ਤੋਂ 6 ਮੀਲ ਤੋਂ ਦੂਰ ਡੇਰਾ ਚਾਲ ਨਾਮ ਕਰਕੇ ਇੱਕ ਨਗਰ ਹੈ। ਉਸ ਥਾਂ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨਾਨਕੇ ਸਨ ਤੇ ਨਾਨਕੀ ਨਾਨਕਿਆਂ ਨੂੰ ਪਿਆਰੀ ਸੀ। ਸੋ ਸਾਰ ਸੰਤ ਜੀ ਇਸ ਕਰਕੇ ਨਾਮ ਰੱਖਿਆ ਨਾਨਕੀ। ਸੋ ਕਵੀ ਜੀ ਕਹਿੰਦੇ ਕਿ ਕਾਲ ਬਤੀਤ ਭਇਓ ਪਸਚਾਤਾ। ਸਾਰ ਸੰਤ ਜੀ ਜਦੋਂ ਖਾਸਾ ਸਮਾਂ ਐਵੇਂ ਬਤੀਤ ਹੋਇਆ, ਰਤ ਲਖ ਕਰ ਜਗਦਾਤਾ। ਸਾਰੇ
ਸੰਸਾਰ ਦੇ ਦਾਤੇ ਵਾਹਿਗੁਰੂ ਪਰਮੇਸ਼ਰ ਜੀ ਨੇ ਬਾਬਾ ਕਾਲੂ ਜੀ ਦੀ ਇੱਛਾ ਜਾਣ ਕੇ ਮਨ ਦੇ ਵਿੱਚ ਖਿਆਲ ਕੀਤਾ ਵੀ ਧਰਤੀ ਵੀ ਪੁਕਾਰਾਂ ਕਰਦੀ ਹੈ ਤੇ ਇਹਨਾਂ ਦੇ ਦਿਲ ਵਿੱਚ ਵੀ ਇਹ ਤਮੰਨਾ ਹੈ ਵੀ ਸਾਡੇ ਘਰ ਦੇ ਵਿੱਚ ਪਰਮੇਸ਼ਰ ਜੀ ਆ ਕੇ ਅਵਤਾਰ ਧਾਰਨ ਕਰਨ। ਤੇ ਮਨ ਦੇ ਖਿਆਲ ਕੀਤਾ ਵੀ ਹੁਣ ਮੈਂ ਇਹਨਾਂ ਦੇ ਘਰ ਵਿੱਚ ਪੁੱਤਰ ਦੇ ਰੂਪ ਵਿੱਚ ਜਾਵਾਂ। ਇਹ ਜੀ ਖੇਡ ਵਿਚਾਰ ਕੇ ਦਿਲ ਦੇ ਵਿੱਚ ਫਿਰ ਸੰਸਾਰ ਦੇ ਮਾਲਕ ਪਰਮੇਸ਼ਰ ਜੀ ਆਏ ਤਾਂ ਸਾਰ ਸੰਤ ਜੀ ਪਰਮੇਸ਼ਰ ਜੀ ਨੇ ਧੰਨ ਮਾਤਾ ਤ੍ਰਿਪਤਾ ਜੀ ਦੇ ਸਰੀਰ ਦੇ ਵਿੱਚ ਆ ਕੇ ਪ੍ਰਕਾਸ਼ ਕਰਨਾ ਕੀਤਾ। ਜਿਨ੍ਹਾਂ ਦਾ ਮਨ ਪਤੀ ਬ੍ਰਤਾ ਧਰਮ ਵਿੱਚ ਲੀਨ ਇੱਕਮਿਕ ਹੋਇਆ ਪਿਆ ਹੈ। ਕਵੀ ਜੀ ਕਹਿੰਦੇ ਕਿ ਭਾਈ ਵੀ ਜਿਸ ਤਰੀਕੇ ਦੇ ਨਾਲ ਦੂਜ ਦਾ ਚੰਦਰਮਾ ਜਿਹੜਾ ਵੱਧਦਾ ਦਿਨ ਬ ਦਿਨ ਨਿਖਰਦਾ ਜਾਂਦਾ ਹੌਲੀ ਹੌਲੀ ਕਰਕੇ ਉਸੇ ਤਰੀਕੇ ਦੇ ਨਾਲ ਸੁਖਦਾਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਾਰ ਸੰਤ ਜੀ ਉਸ ਪਰਮੇਸ਼ਰ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਤਾਈ ਆ ਕਰਕੇ ਸਾਰ ਸੰਤ ਜੀ ਪ੍ਰਕਾਸ਼ ਕਰਨਾ ਕੀਤਾ। ਦਿਨ ਬ ਦਿਨ ਮਾਤਾ ਜੀ ਦਾ ਤੇਜ ਪ੍ਰਤਾਪ ਵੱਧਦਾ ਪਿਆ ਹੈ। ਕਵੀ ਜੀ ਕਹਿੰਦੇ ਭਾਵੇਂ ਕਿ ਮਾਤਾ ਜੀ ਨੇ ਆਪਣੇ ਸਰੀਰ ਤੋਂ ਸਾਰੇ ਗਹਿਣੇ ਲਾ ਦਿੱਤੇ ਤਾਂ ਵੀ ਸਾਰ ਸੰਤ ਜੀ ਉਹ ਮਾਤਾ ਜੀ ਦੇ ਮੁਖੜੇ ਦਾ ਜਿਹੜਾ ਤੇਜ ਪ੍ਰਤਾਪ ਹੈ ਨਾ ਉਹ ਜ਼ਿਆਦਾ ਤੋਂ ਜ਼ਿਆਦਾ ਜ਼ਾਹਰ ਹੋ ਰਿਹਾ, ਪ੍ਰਕਾਸ਼ ਹੋ ਰਿਹਾ। ਧੰਨ ਬਾਬਾ ਮਹਿਤਾ ਕਾਲੂ ਜੀ ਦੇ ਧਰਮ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਜਿਸ ਵੀ ਸਾਰ ਸੰਤ ਦੀ ਕਮਰੇ ਦੇ ਵਿੱਚ ਅੰਦਰ ਜਾ ਕੇ ਬਹਿੰਦੇ ਹਨ ਉੱਥੋਂ ਦਾ ਵਾਤਾਵਰਨ ਹੀ ਮਾਹੌਲ ਚਾਲ ਹੀ ਬਦਲ ਜਾਂਦਾ ਹੈ। ਸਾਰ ਸੰਤ ਜੀ ਉਹ ਜਿਹੜਾ ਕਮਰਾ ਨਾ ਉਹ ਜਿਹੜਾ ਅੰਦਰ ਹੈ ਬਹੁਤ ਜ਼ਿਆਦਾ ਸ਼ੋਭਾ ਦੇ ਸੰਯੁਕਤ ਹੋ ਜਾਂਦਾ, ਸੁੰਦਰ ਲੱਗਦਾ, ਆਨੰਦ ਆਉਂਦਾ ਉੱਥੇ ਬੈਠਣ ਉੱਠਣ ਦਾ। ਕਵੀ ਜੀ ਕਹਿੰਦੇ ਮਤਾ ਕੋਈ ਇਹ ਗੱਲ ਬਾਤ ਸੁਣ ਕੇ ਸ਼ੱਕ ਕਰ ਲਵੇ ਕਿ ਲੋ ਜੀ ਇਹ ਕਿਵੇਂ ਹੋ ਸਕਦਾ ਵੀ ਮਾਤਾ ਤ੍ਰਿਪਤਾ ਜੀ ਜਿੱਥੇ ਬਹਿੰਦੇ ਨੇ ਉੱਥੋਂ ਦਾ ਮਾਹੌਲ ਚਾਲੀ ਅਲੱਗ ਹੋ ਜਾਂਦਾ, ਅਲੱਗਾ ਹੋ ਜਾਂਦਾ, ਫਿਜ਼ਾ ਅਲੱਗ ਹੋ ਜਾਂਦੀ ਹੈ, ਉਹ ਘਰ ਹੀ ਸੋਹਣਾ ਲੱਗਣ ਲੱਗ ਪੈਂਦਾ, ਕਮਰਾ ਸੋਹਣਾ ਲੱਗਣ ਲੱਗ ਪੈਂਦਾ। ਮਤਾ ਕੀ ਮਨ ਦੇ ਵਿੱਚ ਇਹ ਸ਼ੱਕ ਕਰੇ ਵੀ ਇਹ ਕਿਵੇਂ ਹੋ ਸਕਦਾ। ਭਾਈ ਕਰੋੜਾਂ ਖੰਡਾਂ ਬ੍ਰਹਮੰਡਾਂ ਨੂੰ ਜਿਹੜਾ ਵਾਹਿਗੁਰੂ ਪਰਮੇਸ਼ਰ ਸ਼ੋਭਾ ਦੇਣ ਵਾਲਾ ਹੈ ਉਸ ਪਰਮੇਸ਼ਰ ਨੇ ਜਿਸ ਥਾਂ ਤੇ ਆਪਣਾ ਆ ਕੇ ਪ੍ਰਕਾਸ਼ ਕੀਤਾ ਹੈ, ਨਿਵਾਸ ਕੀਤਾ ਹੈ। ਦੱਸੋ ਵੀ ਉਹਦੀ ਸ਼ੋਭਾ ਕਿਉਂ ਨਾ ਦੁੱਗਣੀ ਚੌਗਣੀ ਹੋਵੇ। ਜਿਸ ਦਿਨ ਤੋਂ ਸੰਸਾਰ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਆ ਕਰਕੇ ਸਾਰ ਸੰਤ ਦੀ ਪ੍ਰਕਾਸ਼ ਹੋਣਾ ਕੀਤਾ। ਜਿਹੜੇ ਰਾਏ ਭੋਜ ਦੀ ਤਲਵੰਡੀ ਵਿੱਚ ਟੇਢਿਆਂ ਮਨਾਂ ਵਾਲੇ ਲੋਕ ਸਨ ਜਿਨ੍ਹਾਂ ਨੂੰ ਸਿੱਧੇ ਰਾਹ ਤੋਰਨਾ ਤੇ ਪੁੱਠਾ ਹੀ ਚੱਲਣਾ, ਜਿਹੜਾ ਕੋਈ ਨੇਕ ਕਰਮ ਕਹੇ ਤੇ ਉਹ ਪੁੱਠਾ ਹੀ ਕਰਨਾ। ਸੋ ਸਾਰ ਸੰਤ ਜਿਹੜੇ ਉਹ ਟੇਢਿਆਂ ਮਨਾਂ ਵਾਲੇ ਸਨ ਉਹ ਐਨ ਸਰਲ ਸੁਭਾਅ ਦੇ ਹੋ ਗਏ, ਨਰਮ ਸੁੱਧੇ ਸੁਭਾਅ ਦੇ ਹੋ ਗਏ, ਬੀਬੇ ਹੋ ਗਏ। ਸੱਚਮ ਰੱਖਣੀ, ਸੰਤੋਖੀ ਹੋਣਾ। ਸੰਤੋਖੀ ਦੀ ਜੇ ਆਪਾਂ ਸੰਤੋਖ ਦੀ ਕਥਾ ਕਰਨੀ ਹੋਵੇ ਨਾ ਦੋਹਾਂ ਲਫ਼ਜ਼ਾਂ ਵਿੱਚ ਤਾਂ ਕੀ ਹੈ, ਜਥਾ ਲਾਭ ਤਥਾ ਸੰਤੁਸ਼ਟ। ਵੀ ਜਿਹੋ ਜਿਹਾ ਨਫਾ ਮਿਲ ਗਿਆ ਉਹਦੇ ਵਿੱਚ ਹੀ ਸਬਰ ਰੱਖਣਾ ਵੀ ਪਰਮੇਸ਼ਰ ਤੇਰਾ ਸ਼ੁਕਰ ਹੈ, ਧੰਨਵਾਦ ਹੈ, ਇੰਨੇ ਵਿੱਚ ਮੈਂ ਖੁਸ਼ ਹਾਂ। ਇਹ ਹੈ ਸੰਤੋਖ ਦੀ ਕਥਾ। ਤੋ ਸਾਰ ਸੰਤ ਜੀ ਧਰਮੀ ਹੋਣਾ, ਸੱਚ ਬੋਲਣਾ, ਸੱਤ ਪਰ ਤੱਗੀ ਹੋਣਾ ਤੇ ਕਰਨਾ ਤੋਂ ਭਾਵ ਵੀ ਦਇਆ ਕਰਨੀ, ਕਿਸੇ ਤੇ ਕਿਰਪਾ ਕਰਨੀ। ਇਹੋ ਜਿਹੇ ਜਿਹੜੇ ਨੇਕ ਕਰਮ ਸਨ ਇਹਨਾਂ ਵਿੱਚ ਲੋਕਾਂ ਦਾ ਵਿਚਰਨਾ ਹੋ ਗਿਆ, ਇਹੋ ਜਿਹਾ ਆਚਰਣ ਹੋ ਗਿਆ। ਤੇ ਜਿਹੜੀ ਹਵਾ ਹੈ ਠੰਡੀ ਠਾਰ ਚੱਲਦੀ ਹੈ, ਸੁਗੰਧੀ ਵਾਲੀ ਚੱਲਦੀ ਹੈ ਤੇ ਮੱਠੀ ਚੱਲਦੀ ਹੈ। ਨਾ ਹਵਾ ਦੇ ਗੁਣ ਹੁੰਦੇ ਨੇ, ਇੱਕ ਤਾਂ ਹੋਵੇ ਮੱਠੀ ਵਗਦੀ, ਇੱਕ ਹੋਵੇ ਵੀ ਸੁਗੰਧੀ ਵਾਲੀ, ਇੱਕ ਹੋਵੇ ਵੀ ਠੰਡੀ। ਤਾਂ ਸਾਰ ਸੰਤ ਦੀ ਆਨੰਦ ਹੀ ਵੱਖਰਾ ਹੁੰਦਾ। ਜਦੋਂ
ਚੱਲਦੀ ਹੈ ਨਾ ਸਾਰ ਸੰਤ ਜੀਓ ਤਾਂ ਸਭ ਤਰੀਕਿਆਂ ਦੇ ਦੁੱਖ ਹੀ ਤੋੜਦੀ ਜਾਂਦੀ ਹੈ। ਜਿਹੜੇ ਬੱਦਲ ਨੇ ਇਹ ਪਾਣੀ ਭਰ ਭਰ ਕੇ ਆਉਂਦੇ ਹਨ ਤੇ ਰਾਏ ਭੋਏ ਦੀ ਤਲਵੰਡੀ ਵਾਲੇ ਜਿਹੜੇ ਲੋਕ ਨੇ ਨਾ ਉਹਨਾਂ ਦੀ ਇੱਛਾ ਦੇ ਅਨੁਸਾਰ ਇਹ ਬੱਦਲ ਜਿਹੜੇ ਨੇ ਵਰਦੇ ਨੇ। ਕਹਿਣ ਤੋਂ ਭਾਵ ਵੀ ਉੱਤੋਂ ਦੇ ਬਸਣ ਵਾਲੇ ਲੋਕ ਜਦੋਂ ਚਾਹੁੰਦੇ ਨੇ ਵੀ ਹੁਣ ਮੀਂਹ ਜਾਂ ਪੈ ਜਾਵੇ ਤਾਂ ਉਦੋਂ ਹੀ ਫਿਰ ਮੀਂਹ ਪੈਂਦਾ ਹੈ। ਬਹੁਤ ਜ਼ਿਆਦਾ ਜਿਹੜੇ ਦਰਖਤ ਸਨ ਉਹਨਾਂ ਨੂੰ ਫੁੱਲ ਲੱਗਣ ਲੱਗ ਪਏ, ਫਲ ਲੱਗਣ ਲੱਗ ਪਏ। ਮਾਲਣਾ ਕੋਰੇ ਵੀ ਉਹ ਜਿਹੜੀ ਖੁਸ਼ੀ ਹੈ ਨਾ ਉਹਨਾਂ ਤੋਂ ਫੁੱਟ ਫੁੱਟ ਕੇ ਬਾਹਰ ਨੂੰ ਆ ਰਹੀ ਹੈ। ਉਹਨਾਂ ਦੇ ਅੰਦਰ ਜਿਹੜੀ ਖੁਸ਼ੀ ਹੈ ਉਹ ਸਮਾ ਨਹੀਂ ਰਹੀ, ਉਹ ਬਾਹਰ ਨੂੰ ਆ ਰਹੀ ਹੈ। ਮਾਲਣਾ ਕੋਰੇ ਵੀ ਉਹ ਲੋਕਾਂ ਨੂੰ ਦਿਖਾਉਂਦੇ ਪਏ ਨੇ ਵੀ ਭਾਈ ਵੀ ਦੀਨ ਦੁਨੀ ਕੇ ਮਾਲਕ ਪਾਤਸ਼ਾਹ ਜੀ ਆ ਰਹੇ ਨੇ, ਸਾਨੂੰ ਇਹ ਚੀਜ਼ ਦੀ ਖੁਸ਼ੀ ਹੈ। ਜਿੰਨੀ ਵੀ ਧਰਤੀ ਹੈ ਸਾਰੀ ਦੀ ਸਾਰੀ ਸਾਰ ਸੰਤ ਦੀ ਨਵੀਂ ਹਰਿਆਲੀ ਵਿੱਚ ਪਉ ਟੱਲਾ ਹੋ ਰਿਹਾ, ਨਵਾਂ ਖੱਬਲ ਘਾਹ ਜਿਹੜਾ ਉੱਗਦਾ ਪਿਆ ਚਾਰੇ ਪਾਸੇ। ਜਿਹੜੀ ਧਰਤੀ ਇਹਦੇ ਦਿਲ ਵਿੱਚ ਤਾਂ ਸਾਰਿਆਂ ਤੋਂ ਵੱਧ ਚਾਉ ਹੈ। ਭਾਵੇਂ ਕੋਈ ਜੜ ਜੀਵ ਹੈ, ਭਾਵੇਂ ਸਾਰ ਸੰਤ ਦੀ ਜੰਗਮ ਚੇਤਨ ਹੈ। ਜਿੰਨੇ ਵੀ ਰਾਏ ਭੋਏ ਦੀ ਤਲਵੰਡੀ ਵਿੱਚ ਵਸਣ ਵਾਲੇ ਨੇ ਸਾਰੇ ਆਨੰਦ ਵਿੱਚ ਨੇ। ਜੜ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਇੱਕੇ ਥਾਂ ਤੇ ਟਿਕਿਆ ਰਹਿਣ ਵਾਲਾ ਜਿਹੜੇ ਦਰਖਤ ਨੇ। ਇਤਿਹਾਰਕ ਹੋਰ ਜਿਹੜੇ ਸਾਰ ਸੰਤ ਜਿਹੜੇ ਇੱਕ ਥਾਂ ਤੋਂ ਚੱਲ ਕੇ ਦੂਜੇ ਥਾਂ ਤੇ ਨਹੀਂ ਜਾ ਸਕਦੇਗੇ। ਤੇ ਜੰਗਮ ਚੇਤਨ ਜਿਵੇਂ ਪਸ਼ੂ ਪੰਛੀ ਹੋ ਗਏ, ਇਹ ਸਾਰੇ ਖੁਸ਼ੀਆਂ ਵਿੱਚ ਹਨ, ਆਨੰਦ ਵਿੱਚ ਹਨ। ਜਦੋਂ ਨੇ ਸੁਖਦਾਤੇ ਪਾਤਸ਼ਾਹ ਜੀ ਦਾ ਸਾਰ ਸੰਤ ਜੀਓ ਇੱਧਰ ਘਰ ਦੇ ਵਿੱਚ ਪ੍ਰਵੇਸ਼ ਹੋਇਆ ਨਾ, ਪ੍ਰਕਾਸ਼ ਹੋਇਆ, ਉਦੋਂ ਨੇ ਆਨੰਦ ਹੀ ਆ ਸਾਰਿਆਂ ਲੋਕਾਂ ਨੂੰ। ਇਸ ਤਰੀਕੇ ਦੇ ਨਾਲ ਜਦੋਂ 10 ਮਹੀਨੇ ਬਤੀਤ ਹੋ ਗਏ, ਕਵੀ ਜੀ ਕਹਿੰਦੇ ਸੋਹਣੀ ਜੀ ਰੁੱਤ ਸੀ ਭਾਈ ਠੰਡ ਦੀ, ਤੇ ਚੰਦਰਮਾ ਜਿਹੜਾ ਸੀ ਬੜਾ ਸੋਹਣਾ ਪ੍ਰਕਾਸ਼ਮਾਨ ਸੀ। ਤੇ ਬਹੁਤ ਜ਼ਿਆਦਾ ਜਿਹੜੇ ਤਾਰੇ ਨੇ ਉਹ ਟਿਮਟਮਾਉਂਦੇ ਪਏ ਸਨ, ਫੱਬਦੇ ਪਏ ਸਨ ਆਕਾਸ਼ ਵਿੱਚ, ਤੇ ਆਕਾਸ਼ ਐਨ ਚੰਗੀ ਤਰ੍ਹਾਂ ਸਾਫ਼ ਸੀ। ਜਿਵੇਂ ਜਗਿਆਸੂ ਹੈ ਨਾ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ, ਜਿਹਦੇ ਦਿਲ ਵਿੱਚ ਚਾਹਣਾ ਹੋਏ ਨਾ ਵੀ ਮੈਨੂੰ ਵਾਹਿਗੁਰੂ ਮਿਲ ਜਾਵੇ, ਤੇ ਉਹਦਾ ਸਾਰ ਸੰਤ ਦੀ ਦਿਲ ਜਿਵੇਂ ਸਾਫ਼ ਹੁੰਦਾ। ਕਵੀ ਜੀ ਕਹਿੰਦੇ ਵੀ ਐਵੇਂ ਆਕਾਸ਼ ਚਾਰੇ ਪਾਸਿਓਂ ਸਾਫ਼ ਸੀ ਪਿਆਰਿਓ। ਤੇ ਜਿੰਨੇ ਵੀ ਬੱਦਲ ਸਨ ਇਹ ਪਾਣੀ ਤੋਂ ਬਿਨਾਂ ਹੋ ਕੇ ਖਾਲੀ ਹੋ ਕੇ ਆਪੋ ਆਪਣੇ ਦੇਸ਼ ਨੂੰ ਚਲੇ ਗਏ। ਜਿਵੇਂ ਸਤ ਸੰਗਤ ਕਰਨ ਵਾਲੇ ਬੰਦੇ ਦੇ ਘਰਾਂ ਦੇ ਵਿੱਚੋਂ ਕਲੇਸ਼ ਆਪਣੇ ਆਪ ਹੀ ਚਲੇ ਜਾਂਦੇ ਨੇ ਨਾ, ਐਵੇਂ ਸਾਰ ਸੰਤ ਦੀ ਬੱਦਲ ਚਲੇ ਗਏ। ਹਾਂਜੀ, ਕੱਤੇ ਦਾ ਮਹੀਨਾ ਸੀ, ਕੱਤਕ ਮਹੀਨੇ ਦੀ ਪੂਰਨਮਾਸ਼ੀ ਸੀ। ਜਿਵੇਂ ਸਾਰ ਸੰਤ ਦੀ ਪਰਮੇਸ਼ਰ ਦੀ ਵਡਿਆਈ ਹੈ ਨਾ ਉਹ ਚਾਰੇ ਪਾਸੇ ਫੈਲੀ ਹੋਈ ਹੈ, ਐਵੇਂ ਚੰਦ ਦੀ ਚਾਨਣੀ ਫੈਲੀ ਹੋਈ ਸੀ ਚਿੱਟੇ ਰੰਗ ਦੀ। ਤੇ ਸੰਮਤ ਕਿਹੜਾ ਸੀ? 9 ਤੇ 6 ਕਿੰਨੇ ਹੁੰਦੇ ਨੇ? ਸਾਰ ਸੰਤ ਦੀ 15 ਤੇ ਆਪਣਾ ਸਹਿਸ 26 ਤੇ ਨਾਲ 26 ਹੋਰ ਜੋੜ ਲਓ, ਕਿੰਨੇ ਹੋ ਗਏ? ਸੰਮਤ 1526 ਸੀ। ਜਗਤ ਦੇ ਮਾਲਕ ਉਸ ਵਾਹਿਗੁਰੂ ਪਰਮੇਸ਼ਰ ਜੀ ਦਾ ਸਾਰ ਸੰਤ ਦੀ ਫਿਰ ਅਵਤਾਰ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਨਾ ਪਿਆਰਿਓ, ਚਾਣ ਚੱਕ ਹੀ ਲੋਕਾਂ ਦੇ ਦਿਲਾਂ ਵਿੱਚ ਉਈਓ ਖੁਸ਼ੀ ਹੋਣ ਲੱਗ ਪਈ। ਉਹ ਕਦੇ ਕਦੇ ਆਪਣੇ ਮਨ ਵਿੱਚ ਹੀ ਹੁੰਦਾ ਨਾ ਵੀ ਬਿਨਾਂ ਕਾਰਨ ਤੋਂ ਉਈਓ ਖੁਸ਼ੀ ਜੀ ਆਉਣ ਲੱਗ ਪੈਂਦੀ ਹੈ, ਦਿਲ ਖੁਸ਼ ਜਿਹਾ ਹੋਈ ਜਾਂਦਾ ਹੁੰਦਾ। ਕਵੀ ਜੀ ਕਹਿੰਦੇ ਸਾਰਿਆਂ ਦੇ ਦਿਲਾਂ ਵਿੱਚ ਨਾ ਖੁਸ਼ੀ ਹੋ ਰਹੀ ਹੈ, ਪਰ ਕੋਈ ਲੱਖ ਜਾਣ ਨਹੀਂ ਸਕਦਾ ਵੀ ਕਾਰਨ ਕੀ ਹੈ ਇਸ ਖੁਸ਼ੀ ਦਾ। ਧਰਤੀ ਵਿੱਚ ਆਕਾਸ਼ ਵਿੱਚ ਜਿੰਨੇ ਵੀ ਵਸਣ ਵਾਲੇ ਜੀਆ ਜੰਤ ਸਨ, ਸਾਰੇ ਵਾਹਿਗੁਰੂ ਪ੍ਰਮਾਤਮਾ ਨੂੰ ਚੇਤੇ ਕਰਨ ਲੱਗੇ, ਉਹ ਖੁਸ਼ੀਆਂ ਮਨਾਉਣ ਲੱਗੇ ਪਿਆਰਿਓ।
ਸ਼ੰਖ ਵਜਾਏ। ਜਿਹੜੇ ਦੇਵੀ ਦੇਵਤੇ ਸਨ ਉਹਨਾਂ ਨੇ ਆਪਣੇ ਹੱਥਾਂ ਵਿੱਚ ਸ਼ੰਖ ਲੈ ਕੇ ਸ਼ੰਖ ਪੂਰ ਦਿੱਤੇ। ਜੈ ਜੈ ਮੁਖ ਵਸਨ ਸੁਨਾਏ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਜੈ ਜੈਕਾਰ ਕਰਨ ਲੱਗੇ ਵੀ ਤੁਹਾਡੀ ਜਿੱਤ ਹੋਵੇ ਜੀ, ਜਿੱਤ ਹੋਵੇ। ਅਮਰਨ ਮਿਲ ਕਰ ਮਲਿਆ ਕਸਾਈ। ਜਿੰਨੇ ਵੀ ਦੇਵਤੇ ਸਨ ਉਹਨਾਂ ਨੇ ਆਸ ਵਿੱਚ ਹੀ ਮਿਲ ਕੇ ਸਾਰ ਸੰਤ ਜੀ, ਉਹ ਮੱਲ ਕਹਿੰਦੇ ਨੇ ਚੰਦਨ ਦੇ ਤਾਈ, ਚੰਦਨ ਨੂੰ ਪੱਥਰ ਦੇ ਉੱਤੇ ਘਸਾਉਣਾ ਕੀਤਾ, ਰਗੜਨਾ ਕੀਤਾ। ਕੁੰਕਮ ਪੁੰਨ ਕਨਸਾਰ ਮਿਲਾਈ ਤੇ ਸਾਰ ਸੰਤ ਜੀ ਕੁੰਕਮ ਕਹਿੰਦੇ ਨੇ ਕੇਸਰ ਦੇ ਤਾਈ, ਤੇ ਕਨਸਾਰ ਕਹਿੰਦੇ ਨੇ ਕਪੂਰ ਦੇ ਤਾਈ, ਮੁਸ਼ਕ ਕਪੂਰ ਹੁੰਦਾ ਜਿਹੜਾ, ਤੇ ਆਪਣਾ ਚੰਦਨ, ਕੇਸਰ ਤੇ ਮੁਸ਼ਕ ਕਪੂਰ, ਇਹਨਾਂ ਨੂੰ ਆਪਸ ਵਿੱਚ ਹੀ ਮਿਲਾ ਲਿਆ। ਕਾਲੂ ਕੀ ਮੰਦਰ ਪਰ ਚਰਚਾ ਹੈ। ਬਾਬਾ ਮਹਿਤਾ ਕਾਲੂ ਜੀ ਦੇ ਸਾਰ ਸੰਤ ਜੀ ਘਰ ਦੇ ਉੱਤੇ ਇਹਨਾਂ ਚੀਜ਼ਾਂ ਦਾ ਛਿੜਕਾਅ ਕਰਦੇ ਪਏ ਨੇ ਦੇਵੀ ਦੇਵਤੇ। ਮੰਦਾਰਨ ਕੁਛ ਮਾਜਲ ਅਰਚਾ। ਜਿਹੜਾ ਕਲਪ ਬ੍ਰਿਸ਼ ਹੈ ਸਾਰ ਸੰਤ ਜੀ ਉਹਦੇ ਫੁੱਲਾਂ ਦੇ ਬੁੱਕ ਭਰ ਭਰ ਕੇ ਆਪਣਾ ਵਰਖਾ ਕਰਦੇ ਹਨ। 5 ਮਿੰਟ ਹੋਰ। ਕਾਇਨ ਸੇਵਮਾਨ ਕਲੀਨਾ। ਤੇ ਜਿਹੜੀਆਂ ਦਾਈਆਂ ਸਨ ਉਹ ਸਾਰ ਸੰਤ ਜੀ ਉਹ ਚੰਗੀ ਕੁਲ ਵਾਲੀਆਂ, ਅੰਸ ਬੰਸ ਵਾਲੀਆਂ, ਉਹ ਮਾਤਾ ਜੀ ਦੇ ਸਾਰ ਸੰਤ ਦੀ ਸੇਵਾ ਕਰਨ ਦੇ ਲਾਇਕ ਹੋਈਆਂ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਸਾਰ ਸੰਤ ਦੀ ਅਵਤਾਰ ਹੋਇਆ, ਦੌਲਤਾਂ ਜਿਹੜੀ ਦਾਈ ਸੀ ਉਹਨੇ ਬਹੁਤ ਭਾਰੀ ਸੁੱਖ ਲਿਆ। ਮਾਤਾ ਜੀ ਹੋਰਾਂ ਨੇ ਸਾਰਿਆਂ ਨੇ ਸੁੱਖ ਪ੍ਰਾਪਤ ਕੀਤਾ। ਕਵੀ ਜੀ ਕਹਿੰਦੇ ਕਿ ਭਾਈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਸੀ ਨਾ, ਜਿਹੜੇ ਕਮਰੇ ਵਿੱਚ ਉੱਥੇ 8 ਮੂੰਹਾਂ ਵਾਲਾ ਦੀਵਾ ਜਗਦਾ ਪਿਆ ਸੀ। 4 ਮੂੰਹ ਵਾਲਾ ਤਾਂ ਅੱਜ ਵੀ ਆਪਾਂ ਦੇਖਦੇ ਆ ਨਾ, ਤਾਂ ਸਾਰ ਸੰਤ ਜੀ ਪੁਰਾਣੇ ਸਮੇਂ ਵਿੱਚ 8 ਮੂੰਹਾਂ ਵਾਲਾ ਦੀਵਾ ਹੋਇਆ ਕਰਦਾ ਸੀ। ਕਵੀ ਜੀ ਕਹਿੰਦੇ ਵੀ ਉੱਥੇ 8 ਮੂੰਹਾਂ ਵਾਲਾ ਦੀਵਾ ਜਗਦਾ ਪਿਆ ਸੀ। ਪਿਆਰਿਓ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ, ਸਾਰ ਸੰਤ ਜੀ ਉਹਨਾਂ ਦੀ ਲੋ ਵੀ ਮੱਧਮ ਪੈ ਗਈ, ਇੰਨਾ ਪ੍ਰਕਾਸ਼ ਹੋਇਆ। ਤੇ ਸਾਰ ਸੰਤ ਜੀ ਦਿਪਤ ਤੇਜ, ਜਿਹਦਾ ਬੜਾ ਤੇਜ ਪ੍ਰਤਾਪ ਸੀ ਦੀਵੇ ਦਾ, ਜਿਹਦੀ ਉਪਮਾ ਤੋਂ ਰਹਿਤ ਸਾਰ ਸੰਤ ਜੀ ਸੋਭਾ ਸੀ। ਉਸ ਦੀਵੇ ਦੀ ਲੋ ਮੱਧਮ ਪੈ ਗਈ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਤੇਜ ਪ੍ਰਤਾਪ ਪ੍ਰਗਟ ਹੋਇਆ, ਜਿਹਦੀ ਉਪਮਾ ਤੋਂ ਰਹਿਤ, ਵਡਿਆਈ ਤੋਂ ਰਹਿਤ ਸੋਭਾ ਹੈ। ਸਾਰ ਸੰਗਤ ਜੀ ਬਿਸਮੈ ਧਾਏ ਹੇਰ ਨਿਸ਼ਚੈ ਸਰੂਪਾ। ਜਿਹੜੀ ਦੌਲਤਾਂ ਨਾਮ ਦੀ ਦਾਈ ਸੀ ਨਾ, ਜਦੋਂ ਉਹਨੇ ਬਾਲਕ ਸਰੂਪ ਜੀ ਦਾ ਦਰਸ਼ਨ ਕੀਤਾ ਤੇ ਹੈਰਾਨ ਹੋ ਗਈ। ਤੇ ਮਨ ਵਿੱਚ ਖਿਆਲ ਕੀਤਾ ਕਿ ਮਨਾ ਵੀ ਇਹ ਪਹਿਲਾ ਬਾਲਕਾ ਹੈ ਵੀ ਜਿਹਨੇ ਜਨਮ ਲੈਂਦਿਆਂ ਸਾਰੀ ਬੜੀ ਮਿੱਠੀ ਮਿੱਠੀ ਮੁਸਕਰਾਹਟ ਦਿੱਤੀ ਹੈ। ਇਹ ਚੰਗਾ ਸ਼ਗਨ ਹੈ ਜਾਂ ਮਾੜਾ ਅਪਸ਼ਗਨ ਹੈ, ਸਮਝ ਜੀ ਨਹੀਂ ਆਉਂਦੀ ਕੁਝ। ਮਨ ਵਿੱਚ ਖਿਆਲ ਕੀਤਾ, ਮਨਾ ਮੇਰੇ ਹੱਥਾਂ ਵਿੱਚ ਹੋਰ ਵੀ ਬਹੁਤ ਬੱਚਿਆਂ ਨੇ ਜਨਮ ਲਿਆ, ਮੈਂ ਬੜੀ ਸੇਵਾ ਕੀਤੀ ਹੈ ਐਵੇਂ ਬੀਬੀਆਂ ਦੀ। ਜਦੋਂ ਮੈਂ ਸੇਵਾ ਕਰਦੀ ਹਾਂ ਜਨਮ ਲੈਂਦੇ ਹੋਏ ਬੱਚੇ ਸਾਰੇ ਹੀ ਰੋਂਦੇ ਨੇ। ਤੇ ਇਹ ਇਸ ਤਰੀਕੇ ਨਾਲ ਹੱਸਦੇ ਪਏ ਨੇ ਵੀ ਜਿਵੇਂ ਇਹਨਾਂ ਨੂੰ ਦੁਨੀਆ ਵਿੱਚ ਆਉਣ ਦਾ ਆਨੰਦ ਹੋ ਰਿਹਾ, ਖੁਸ਼ੀ ਹੋ ਰਹੀ ਹੈ। ਦੌਲਤਾਂ ਨਾਮ ਸੀ ਪਿਆਰੋ ਦਾਈ ਦਾ, ਤੇ ਥੋੜੀ ਬੁੱਧੀ ਕਰਕੇ ਨਾ ਦੱਸੋ ਭਾਈਓ ਕਿਵੇਂ ਜਾਣ ਸਕਦੀ ਸੀ ਗੁਰੂ ਸਾਹਿਬ ਦੀ ਖੇਡ ਨੂੰ। ਜਨਮ ਮਰਨ ਇਸ ਪੀਰਾ ਨਾਹੀ। ਤੇ ਉਸ ਭਲੇ ਲੋਕ ਨੂੰ ਕੀ ਪਤਾ ਸੀ ਦੌਲਤਾਂ ਦਾਈ ਨੂੰ ਵੀ ਇਹਨੂੰ ਜਨਮ ਅਤੇ ਮਰਨ ਦਾ ਕੋਈ ਦੁੱਖ ਨਹੀਂ ਹੈ। ਤੇ ਜਿਹੜੀ ਦਾਸੀ ਸੀ ਉਹਨੇ ਦੌੜ ਕਰਕੇ ਬਾਬਾ ਮਹਿਤਾ ਕਾਲੂ ਜੀ ਦੇ ਤਾਈਂ ਖਬਰ ਦਿੱਤੀ ਹੈ। ਕਹਿਣ ਲੱਗੀ ਜੀ ਵਧਾਏ ਹੋਣ ਤੁਹਾਨੂੰ, ਬਹੁਤ ਭਾਰੀ ਖੁਸ਼ੀ ਹੋਈ ਹੈ, ਆਨੰਦ ਹੋਇਆ। ਕਾਂਤ ਮਾਨ ਭਾਤਾਤ ਤੁਮਾਰੇ। ਬਾਬਾ ਜੀ ਆਪ ਜੀ ਦੇ ਘਰ ਦੇ ਅੰਦਰ ਬਹੁਤ ਕ੍ਰਾਂਤੀਕਾਰੀ ਪੁੱਤਰ ਪੈਦਾ ਹੋਇਆ। ਹੁਣ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਮਨਾਉਣਾ ਕਰੋ। ਜਦੋਂ ਬਾਬਾ ਮਹਿਤਾ ਕਾਲੂ ਜੀ ਨੇ ਸੁਣਿਆ ਵੀ ਘਰ ਵਿੱਚ ਪੁੱਤਰ ਪੈਦਾ ਹੋਇਆ,
ਕਾਬ ਤੇ ਨਾ। ਇੰਨੀ ਜ਼ਿਆਦਾ ਖੁਸ਼ੀ ਹੋਈ, ਮੰਨ ਲਓ ਵੀ ਸਾਰੇ ਸੰਸਾਰ ਦੇ ਜਿਹੜੇ ਸੁੱਖ ਸਨ ਸਾਧ ਸੰਗਤ ਜੀ ਘਰ ਦੇ ਵਿੱਚ ਆ ਕੇ ਮਿਲ ਗਏ। ਜਨਮ ਰੰਗ ਜਿਉ ਸਦਨ ਸੰਤਾਨਾ। ਕਵੀ ਜੀ ਕਹਿੰਦੇ ਭਾਈ ਜਿਵੇਂ ਕੋਈ ਬੰਦਾ ਜਨਮ ਤੋਂ ਹੀ ਕੰਗਾਲ ਹੋਵੇ, ਉਹਦੇ ਘਰ ਦੇ ਵਿੱਚ ਕਲਪ ਬ੍ਰਿਸ਼ ਲੱਗ ਜਾਵੇ ਆਨ ਲਾਗਿਓ ਤਿਉ ਔਰ ਹਰ ਖਾਨਾ। ਤੇ ਐਵੇਂ ਕਲਪ ਬ੍ਰਿਸ਼ ਲੱਗ ਜਾਵੇ। ਕਲਪ ਬ੍ਰਿਸ਼ ਦੇਵਤਿਆਂ ਦਾ ਦਰਖਤ ਮੰਨਿਆ ਜਾਂਦਾ ਵੀ ਉਹਦੇ ਪੁੰਜੇ ਖਲੋ ਕੇ ਜਿਹੜੀ ਆਪਾਂ ਕਲਪਨਾ ਕਰੀ ਉਹ ਪੂਰੀ ਹੋ ਜਾਂਦੀ ਹੈ। ਸੋ ਕਵੀ ਜੀ ਕਹਿੰਦੇ ਵੀ ਮੰਨ ਲਓ ਵੀ ਕੋਈ ਬੰਦਾ ਜਨਮ ਤੋਂ ਕੰਗਾਲ ਗਰੀਬ ਹੋਵੇ, ਉਹਦੇ ਘਰ ਦੇ ਵਿੱਚ ਆ ਕੇ ਕਲਪ ਬ੍ਰਿਸ਼ ਹੀ ਲੱਗ ਜਾਵੇ, ਜਿਵੇਂ ਉਹਦਾ ਖੁਸ਼ ਹੁੰਦਾ ਨਾ ਦਿਲ, ਐਵੇਂ ਬਾਬਾ ਮਹਿਤਾ ਕਾਲੂ ਜੀ ਦਾ ਹਿਰਦਾ ਪੂਰਾ ਖੁਸ਼ ਹੋ ਗਿਆ। ਜਸ ਪਦ ਜਾਏ ਕੀ ਨਿਸ਼ਨਾਨਾ। ਛੇਤੀ ਨਾਲ ਜਾ ਕੇ ਸਭ ਤੋਂ ਪਹਿਲਾਂ ਇਸ਼ਨਾਨ ਪਾਣੀ ਸੋਧਿਆ। ਬਸ ਤਰਨ ਯੁਕਤ ਜਿਉ ਵੇਦ ਵਖਾਨਾ। ਕਿਉਂਕਿ ਪਹਿਲਾਂ ਆਪ ਜੀ ਨੂੰ ਖਿਆਲ ਹੋਵੇਗਾ ਸਾਧ ਸੰਗਤ ਜੀ, ਪਹਿਲਾਂ ਵੇਦਾਂ ਦੀ ਵੀ ਮਰਿਆਦਾ ਚੱਲਦੀ ਸੀ, ਧਾਰਮਿਕ ਗ੍ਰੰਥਾਂ ਦੀ। ਕਵੀ ਜੀ ਕਹਿੰਦੇ ਜਿਵੇਂ ਵੇਦਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਦੇ ਵਿੱਚ ਦੱਸਿਆ ਨਾ, ਸ਼ਾਸਤਰਾਂ ਦੇ ਵਿੱਚ ਵਸਤਰਾਂ ਦੇ ਸਮੇਤ ਹੀ ਬਾਬਾ ਜੀ ਨੇ ਇਸ਼ਨਾਨ ਪਾਣੀ ਕਰ ਲਿਆ। ਔਰ ਪਰਮੇਸ਼ਰ ਕੋ ਕਰ ਦੇਨਾ। ਫਿਰ ਵਾਹਿਗੁਰੂ ਪ੍ਰਮਾਤਮਾ ਦਾ ਦਿਲ ਵਿੱਚ ਧਿਆਨ ਕੀਤਾ। ਬੰਦਨ ਕਰੇ ਬੰਦ ਜੁਗ ਪਾਨਾ। ਦੋਵੇਂ ਹੱਥ ਜੋੜ ਕੇ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਲੱਗੇ ਵਾਰ-ਵਾਰ। ਜਨ ਭਇਓ ਜਗ ਗੁਰ ਕੋ। ਐਵੇਂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪਿਆਰਿਓ ਅਵਤਾਰ ਹੋਇਆ ਹੈ। ਦੇਵਨ ਭਗਤਨ ਪੁੰਨ ਧਰ ਕੋ। ਆਪਣੇ ਭਗਤਾਂ ਨੂੰ ਸੁੱਖ ਦੇਣ ਦੇ ਵਾਸਤੇ ਮਹਾਰਾਜ ਆਏ ਨੇ, ਫਿਰ ਧਰਤੀ ਨੂੰ ਸਕੂਨ ਦੇਣ ਵਾਸਤੇ ਆਏ ਨੇ। ਆਗੇ ਜਿਉ ਜਿਉ ਭਇਓ ਚਾਹੋ। ਅਗਾਂਹ ਭਾਈ ਜਿਵੇਂ ਜਿਵੇਂ ਚਾਅ ਹੋਵੇਗਾ, ਸੰਗਤਾਂ ਨੂੰ ਉਤਸ਼ਾਹ ਹੋਵੇਗਾ। ਸੁਨੋ ਕਥਾ ਭਵ ਵੱਡ ਰੁਜਦਾ ਹੋ। ਭਾਈ ਸੰਸਾਰ ਦੇ ਸਾਰੇ ਰੋਗਾਂ ਨੂੰ ਸਾੜਨ ਵਾਲੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਆਨੰਦਮਈ ਜਿਹੜੀ ਸਾਧ ਸੰਗਤ ਜੀ ਕਥਾ ਹੈ, ਪਿਆਰਿਓ ਆਪ ਜੀ ਸਰਵਣ ਕਰਕੇ ਲਾਹਾ ਲਿਓ। ਸਾਧ ਸੰਗਤ ਨੂੰ ਜਿਵੇਂ ਜਿਵੇਂ ਅਗਾਂਹ ਕਥਾ ਚੱਲਣੀ ਹੈ ਨਾ, ਉਵੇਂ ਉਵੇਂ ਆਨੰਦ ਹੀ ਆਉਣਾ ਹੈ। ਸੋ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਚੜ੍ਹ ਕੇ ਗੁਰੂ ਦਰਬਾਰ ਦੇ ਵਿੱਚ ਆਇਆ ਕਰੋ, ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰਿਆ ਕਰੋ। ਐਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸਾਰ ਸੰਤ ਜੀਓ ਕੱਲ ਤਾਰਨ ਗੁਰੂ ਨਾਨਕ ਆਇਆ, ਕਲਯੁਗ ਨੂੰ ਤਾਰਨ ਦੇ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਆਏ ਸਨ। ਸੋ ਹੋਈ ਭੁੱਲ ਗੱਲ ਤੇਰੀ ਮਾਫੀ, ਅਗਾਂਹ ਵਾਸਤੇ ਸਮੱਤ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ ਜੀ। ਕਿਰਪਾ ਕਰਕੇ ਬਖਸ਼ ਲੈਣਾ ਜੀ। ਹੁਣ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਨਮ ਭਇਓ ਜਗ ਗੁਰ ਕੋ। ਸੁਖ ਦੇਵਨ ਭਗਤਨ ਪੁੰਨ ਧਰ ਕੋ। ਆਗੇ ਜਿਉ ਜਿਉ ਭਇਓ ਉਛਾਹੋ। ਸੁਨੋ ਕਥਾ ਭਵ ਵੱਡ ਰੁਜਦਾ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।